ਅੱਜ ਦੀ ਕਲਾਸ ਸਟਾਰਟ ਕਰਨ ਜਾ ਰਹੇ ਹਾਂ ਆਪਾਂ। ਅੱਜ ਦਾ ਆਪਣਾ ਨਿਊ ਟੌਪਿਕ ਹੈ MHC ਮੇਜਰ ਹਿਸਟੋ ਕੰਪੈਟੀਬਿਲਿਟੀ ਕੰਪਲੈਕਸ। ਇਹ ਹੋਏਗਾ ਕਿ ਇਹਦੇ ਬਾਰੇ ਆਪਾਂ ਡਿਸਕਸ ਕਰਦੇ ਹਾਂ ਆਪਾਂ। ਮੇਜਰ ਹਿਸਟੋ ਕੰਪੈਟੀਬਿਲਿਟੀ ਕੰਪਲੈਕਸ, ਜਦੋਂ ਵੀ ਕੋਈ ਰਿਸੀਪੀਐਂਟ ਕਿਸੇ ਡੋਨਰ ਤੋਂ ਕੋਈ ਚੀਜ਼ ਲਏਗਾ ਤਾਂ ਇਹ ਵਾਲਾ ਜੋ ਕੰਪਲੈਕਸ ਸਿਸਟਮ ਹੈ ਇਹ ਉਸ ਨੂੰ ਉਸ ਡੋਨਰ ਤੋਂ ਜੋ ਵੀ ਆਪਾਂ ਚੀਜ਼ ਲੈ ਰਹੇ ਹਾਂ, ਚਾਹੇ ਬਲੱਡ ਹੈ, ਚਾਹੇ ਆਪਾਂ ਕੋਈ ਆਰਗਨ ਕਿਸੇ ਡੋਨਰ ਤੋਂ ਕਿਸੇ ਰਿਸੀਪੀਐਂਟ ਦੇ ਵਿੱਚ ਟ੍ਰਾਂਸਪਲਾਂਟ ਕਰ ਰਹੇ ਹਾਂ, ਤਾਂ ਇਹ ਵਾਲਾ ਸਿਸਟਮ ਹੀ ਉਸ ਨੂੰ ਅਲਾਉ ਕਰੇਗਾ ਕਿ ਉਸ ਨੂੰ ਰਿਜੈਕਟ ਕਰਨਾ ਜਾਂ ਫਿਰ ਉਸ ਨੂੰ ਅਲਾਉ ਕਰਨਾ। ਇਹ ਵਾਲਾ ਸਿਸਟਮ ਹੀ ਉਸ ਦੀ ਰਿਜੈਕਸ਼ਨ ਨੂੰ ਡਿਫਾਈਨ ਕਰੇਗਾ। ਅਗਰ ਇਹ ਰਿਜੈਕਟ ਨਹੀਂ ਕਰੇਗਾ ਤਾਂ ਇਟ ਮੀਨਸ ਉਹ ਸੇਫਲੀ ਰਿਸੀਪੀਐਂਟ ਉਸ ਨੂੰ ਲੈ ਸਕਦਾ। ਇਹ ਸਿਸਟਮ ਹੀ ਉਸ ਦੇ ਅਗੇਂਸਟ ਰਿਸਪੌਂਸ ਦੇਗਾ। ਅਗਰ ਰਿਜੈਕਸ਼ਨ ਕਰਨੀ ਹੈ ਤਾਂ ਇਹ ਵਾਲਾ ਸਿਸਟਮ ਹੀ ਉਸ ਦੀ ਜੋ ਵੀ ਡੋਨਰ ਤੋਂ ਰਿਸੀਪੀਐਂਟ ਕੋਈ ਵੀ ਚੀਜ਼ ਲੈ ਰਿਹਾ, ਇਹ ਸਿਸਟਮ ਹੀ ਉਸ ਵਕਤ ਉਸ ਦੇ ਅਗੇਂਸਟ ਰਿਸਪੌਂਸ ਦੇਗਾ। ਔਰ ਇਹ ਮੇਜਰ ਹਿਸਟੋ ਕੰਪੈਟੀਬਿਲਿਟੀ ਕੰਪਲੈਕਸ ਹੋਏਗਾ ਕਿਤੇ, ਜਾਂ ਫਿਰ ਇਹਨੂੰ ਆਪਾਂ ਕਹਿੰਦੇ ਆ ਹਿਊਮਨ ਲਿਊਕੋਸਾਈਟ ਐਂਟੀਜਨ। ਹਿਊਮਨ ਲਿਊਕੋਸਾਈਟ ਐਂਟੀਜਨ ਇਹ ਪ੍ਰੈਜ਼ੈਂਟ ਕਿੱਥੇ ਹੋਏਗਾ? ਲਿਊਕੋਸਾਈਟ ਦੇ ਉੱਪਰ ਹੋਏਗਾ। ਲਿਊਕੋਸਾਈਟ ਕੀ ਕਹਿੰਦੇ ਆਪਾਂ? ਵਾਈਟ ਬਲੱਡ ਸੈੱਲ ਵੀ ਕਹਿੰਦੇ, ਵਾਈਟ ਬਲੱਡ ਸੈੱਲ ਲਿਊਕੋਸਾਈਟ ਦੇ ਉੱਪਰ ਪ੍ਰੈਜ਼ੈਂਟ ਹੋਏਗਾ। ਔਰ ਇਸ ਕੰਪਲੈਕਸ ਨੂੰ ਆਪਾਂ ਕਹਿੰਦੇ ਆ ਮੇਜਰ ਹਿਸਟੋ ਕੰਪੈਟੀਬਿਲਿਟੀ ਕੰਪਲੈਕਸ। ਵਾਈਟ ਬਲੱਡ ਸੈੱਲ ਦੇ ਉੱਪਰ ਇਸ ਦੀ ਪ੍ਰੈਜ਼ੈਂਸ ਹੋਏਗੀ। ਔਰ ਇਸ ਦਾ ਮੇਨ ਕੰਮ ਕੀ ਹੈ? The recipient immune system can be recognize the histocompatibility antigen on a donor organ। ये वाला जो सिस्टम है, जो रिसिपेंट होएगा तो इम्यून सिस्टम रिकॉग्नाइज करेगा हिस्टोकम्पैटिबिलिटी एंटीजन ऑन ए डोनर ऑर्गन। अगर हिस्टोकम्पैटिबिलिटी कंपलैक्स ਜਿਹੜਾ ਡੋਨਰ और रिसिपेंट ਦਾ ਸੇਮ ਹੋਏਗਾ ਤਾਂ ਫਿਰ ਕਿਸੇ ਵੀ ਤਰ੍ਹਾਂ ਦੀ ਰਿਜੈਕਸ਼ਨ ਨਹੀਂ ਹੋਏਗੀ। ਅਗਰ ਹਿਸਟੋਕੰਪੈਟੀਬਿਲਿਟੀ ਐਂਟੀਜਨ ਅਗਰ ਡੋਨਰ ਕੋਲ ਹੋਰ ਹੈ, ਰਿਸੀਪੀਐਂਟ ਕੋਲ ਕੋਈ ਹੋਰ ਹੈ, ਤਾਂ ਇਹ ਉਸ ਆਰਗਨ ਜਾਂ ਫਿਰ ਜੋ ਵੀ ਆਪਾਂ ਡੋਨਰ ਤੋਂ ਕਿਸੇ ਵੀ ਤਰ੍ਹਾਂ ਦਾ ਫਲੂਇਡ ਜਾਂ ਕੋਈ ਵੀ ਚੀਜ਼ ਦੇ ਟ੍ਰਾਂਸਪਲਾਂਟ ਕਰ ਰਹੇ ਤਾਂ ਉਸ ਦੀ ਰਿਜੈਕਸ਼ਨ ਹੋ ਜਾਏਗੀ। ਦੋਨੋਂ ਹੀ ਪਰਸਨ ਜੋ ਡੋਨਰ ਹੈ ਔਰ ਰਿਸੀਪੀਐਂਟ ਦੋਨੋਂ ਦਾ MHC ਜੋ ਹੋਏਗਾ ਹਿਸਟੋਕੰਪੈਟੀਬਿਲਿਟੀ ਐਂਟੀਜਨ ਜਿਹੜਾ ਹੋਏਗਾ ਉਹ ਕੀ ਹੋਣਾ ਚਾਹੀਦਾ? ਸਿਮਿਲਰ ਹੋਣਾ ਚਾਹੀਦਾ। ਅਗਰ ਸਿਮਿਲਰ ਨਹੀਂ ਹੋਏਗਾ ਤਾਂ ਹਿਸਟੋਕੰਪੈਟੀਬਿਲਿਟੀ ਕੰਪਲੈਕਸ ਜਿਹੜਾ ਉਸਦੀ ਰਿਜੈਕਸ਼ਨ ਕਰ ਦੇਗਾ। ਤੇ ਪ੍ਰੈਜ਼ੈਂਟ ਕਿੱਥੇ ਹੋਏਗਾ? ਇਹ ਇੰਪੋਰਟੈਂਟ ਕੁਐਸਚਨ ਹੈ। ਇਸ ਦੀ ਪ੍ਰੈਜ਼ੈਂਸ ਹੋਏਗੀ 6 ਕ੍ਰੋਮੋਸੋਮ ਤੇ। ਪੁੱਛਿਆ ਜਾ ਸਕਦਾ ਹੈ ਪ੍ਰੈਜ਼ੈਂਟ ਕਿੱਥੇ ਹੁੰਦਾ? WBC ਤੇ, ਵਾਈਟ ਬਲੱਡ ਸੈੱਲ ਜਾਂ ਲਿਊਕੋਸਾਈਟ ਕਹਿ ਦਿੰਦੇ ਆਪਾਂ। ਔਰ ਇਸ ਦੀ ਲੋਕੇਸ਼ਨ ਕਿਹੜੀ ਵਾਲੀ ਹੈ? 6 ਕ੍ਰੋਮੋਸੋਮ ਜੋ ਹੋਏਗਾ ਉਸ ਤੇ ਇਹਦੀ ਲੋਕੇਸ਼ਨ ਮਿਲੇਗੀ। ਔਰ ਇਹ ਹੈਪਲੋਟਾਈਪ ਹੈ। ਹੈਪਲੋਟਾਈਪ ਕਿਉਂ ਕਹਿੰਦੇ ਆਪਾਂ? ਕਿਉਂਕਿ ਇਹ ਪੇਅਰ ਦੇ ਵਿੱਚ ਹੀ ਹੁੰਦੇ ਆ। ਜੋ ਇਸ ਦੀ ਅਲੀਲ ਹੋਏਗੀ, ਅਲੀਲ ਸਪੋਜ਼ ਕਰੋ WBC ਹੈ, ਇਸ ਦੇ 46 ਹੀ ਨੰਬਰ ਆਫ ਕ੍ਰੋਮੋਸੋਮ ਹੋਣਗੇ, 23 ਪੇਅਰ ਹੋਣਗੇ। ਔਰ 6 ਨੰਬਰ ਆਫ ਜੋ ਕ੍ਰੋਮੋਸੋਮ 33 ਪੇਅਰ। ਔਰ ਅਲੀਲ ਆਪਾਂ ਕਹਿੰਦੇ ਆ ਮੈਕਸਿਮਮ ਪੋਸਿਬਿਲਿਟੀ ਇੱਕ ਪਾਰਟਿਕੂਲਰ ਜੀਨ ਦੀ, ਮੈਕਸਿਮਮ ਪੋਸਿਬਿਲਿਟੀ ਕਿਸੇ ਪਾਰਟਿਕੂਲਰ ਕਰੈਕਟਰ ਨੂੰ ਰਿਪਰੈਜ਼ੈਂਟ ਕਰਨ ਲਈ ਜੀਨ ਨੂੰ ਆਪਾਂ ਕਹਿੰਦੇ ਹਾਂ ਉਸ ਨੂੰ ਅਲੀਲ ਕਹਿੰਦੇ ਆ। ਔਰ ਇੱਕ 23 ਪੇਅਰ, 23 ਪੇਅਰ ਅਗਰ 46 ਦੀ ਆਪਾਂ ਗੱਲ ਕਰਦੇ ਹਾਂ, 20 ਫਾਦਰ ਤੋਂ ਹੋਣਗੇ ਇਹਦੇ ਵਿੱਚ ਕ੍ਰੋਮੋਸੋਮ, 23 ਹੀ ਕਿੱਥੋਂ ਹੋਣਗੇ? ਮਦਰ ਤੋਂ। ਤਾਂ ਇਸ ਲਈ ਆਪਾਂ ਕੀ ਕਹਿੰਦੇ ਹਾਂ ਉਹਦੇ 23 ਪੇਅਰ ਹੋਣਗੇ। 23 ਪੇਅਰ, ਈਚ ਪੇਅਰ ਵਿੱਚ ਕੀ ਹੋਏਗਾ? ਇੱਕ ਫਾਦਰ ਕੋਲ ਹੋਏਗਾ ਕ੍ਰੋਮੋਸੋਮ, ਇੱਕ ਮਦਰ ਕੋਲ ਹੋਏਗਾ। ਤੇ ਜੋ 6 ਵਾਲਾ ਕ੍ਰੋਮੋਸੋਮ ਹੋਏਗਾ, 6th ਪੋਜੀਸ਼ਨ ਹੋਗਾ ਕ੍ਰੋਮੋਸੋਮ, ਉਸ ਦੇ ਉੱਪਰ ਕੀ ਹੋਏਗਾ? ਹਿਸਟੋਕੰਪੈਟੀਬਿਲਿਟੀ ਟੈਸਟ, ਹਿਸਟੋਕੰਪੈਟੀਬਿਲਿਟੀ ਕੰਪਲੈਕਸ ਹੋਏਗਾ। ਔਰ ਇਹ ਕਿਹੜੇ ਵਾਲੇ ਸੈੱਲ ਕੱਲੇ? WBC ਦੀ ਗੱਲ ਕਰਦੇ ਆਪਾਂ, ਕਿਹਦੀ ਗੱਲ ਕਰ ਰਹੇ ਹਾਂ? WBC ਸੈੱਲ ਜਿਹੜਾ ਹੋਏਗਾ, ਅਗਰ 26 ਆ ਉਹਦੇ ਵਿੱਚ ਨੰਬਰ ਆਫ ਕ੍ਰੋਮੋਸੋਮ,
23 ਪੇਅਰ ਹੋਣਗੇ, ਹਰੇਕ ਪੇਅਰ ਦੇ ਵਿੱਚ ਕੀ ਹੋਏਗਾ, ਇੱਕ ਫਾਦਰ ਕੋਲ ਕ੍ਰੋਮੋਸੋਮ ਹੋਏਗਾ, ਦੂਸਰੇ ਵਾਲਾ ਮਦਰ ਕੋਲ। ਤਾਂ 6th ਏਦਾਂ ਕ੍ਰੋਮੋਸੋਮ ਜੋ ਹੋਏਗਾ WBC ਦੇ ਵਿੱਚ, ਉਸ ਦੇ ਉੱਪਰ ਇੱਕ ਲੋਕੇਸ਼ਨ ਹੋਏਗੀ ਜਿਸ ਉੱਪਰ ਕੀ ਹੋਏਗਾ, MHC ਮੇਜਰ ਹਿਸਟੋਕੰਪੈਟੇਬਿਲਿਟੀ ਕੰਪਲੈਕਸ। 6 ਪੋਜੀਸ਼ਨ ਤੇ ਕੀ ਹੋਏਗਾ, MHC 6 ਕ੍ਰੋਮੋਸੋਮ ਦੇ ਉੱਪਰ ਇਹਦੀ ਲੋਕੇਸ਼ਨ ਹੋਏਗੀ WBC ਦੇ ਵਿੱਚ। ਹੁਣ ਇਸ ਦਾ ਮੇਨ ਮੋਟਿਵ ਕੀ ਹੈ, ਟਿਸ਼ੂ ਗ੍ਰਾਫਟਿੰਗ ਵਿੱਚ। ਟਿਸ਼ੂ ਗ੍ਰਾਫਟਿੰਗ ਜਿਹੜੀ ਹੈਗੀ ਆ, ਜਦੋਂ ਵੀ ਕੋਈ ਵੀ ਕਿਸੇ ਇੱਕ ਡੋਨਰ ਤੋਂ ਰੈਸੀਪੀਐਂਟ ਤੱਕ ਕੋਈ ਵੀ ਚੀਜ਼ ਟ੍ਰਾਂਸਪਲਾਂਟ ਕਰਨੀ ਹੈ, ਤਾਂ ਉਸ ਦਾ ਇੱਕ ਹਿਸਟੋਕੰਪੈਟੇਬਿਲਿਟੀ ਮੈਚ ਦੇਖਿਆ ਜਾਏਗਾ। MHC ਜਾਂ HLA ਇਹ ਦੋਨੋਂ ਰੈਸੀਪੀਐਂਟ ਤੇ ਡੋਨਰ ਦੀ ਦੇਖੀ ਜਾਏਗੀ। ਅਗਰ ਮੈਚ ਕਰਦੀ ਹੈ ਤਾਂ ਫਿਰ ਹੀ ਡੋਨਰ ਤੋਂ ਰੈਸੀਪੀਐਂਟ ਤੱਕ ਕੋਈ ਵੀ ਚੀਜ਼ ਟ੍ਰਾਂਸਪਲਾਂਟ ਕਰੀ ਜਾ ਸਕਦੀ ਹੈ, ਅਦਰਵਾਈਜ਼ ਨਹੀਂ। ਤਾਂ ਸਭ ਤੋਂ ਬੈਟਰ ਜਿਹੜਾ ਹੋਏਗਾ ਟਿਸ਼ੂ ਗ੍ਰਾਫਟਿੰਗ ਜਾਂ ਫਿਰ ਔਰਗਨ ਜੋ ਵੀ ਟ੍ਰਾਂਸਪਲਾਂਟ ਕਰਨਾ, ਤਾਂ ਸਭ ਤੋਂ ਬੈਸਟ ਕਿਹਦੇ 'ਚ ਹੋਏਗਾ, ਆਇਡੈਂਟੀਕਲ ਟਵਿਨਸ ਦੇ ਵਿੱਚ। ਆਇਡੈਂਟੀਕਲ ਟਵਿਨਸ ਜਿਹੜੇ ਹੋਣਗੇ ਉਹ ਕੀ ਹੋਣਗੇ, ਉਹਨਾਂ ਕੋਲ ਹੈਪਲੋਟਾਈਪ ਜੀਨੋਟਾਈਪ ਹੋਣਗੇ, ਆਇਡੈਂਟੀਕਲ ਹੈਪਲੋਟਾਈਪ। ਹੈਪਲੋਟਾਈਪ ਮਤਲਬ ਜੋ 6 ਕ੍ਰੋਮੋਸੋਮ ਹੈਗਾ ਉਸ ਦਾ ਆਇਡੈਂਟੀਕਲ ਟਵਿਨਸ ਦੇ ਵਿੱਚ MHC ਸੇਮ ਹੋਣਗੇ। ਆਇਡੈਂਟੀਕਲ ਟਵਿਨਸ ਜਿਹੜੇ ਹੋਣਗੇ ਉਹਨਾਂ ਦੇ ਵਿੱਚ ਮੇਜਰ ਹਿਸਟੋਕੰਪੈਟੇਬਿਲਿਟੀ ਕੰਪਲੈਕਸ ਕੀ ਹੋਏਗਾ, ਸਿਮਿਲਰ ਹੋਏਗਾ। ਸਿਮਿਲਰ ਹੋਏਗਾ। ਸਭ ਤੋਂ ਬੈਸਟ ਜਿਹੜਾ ਟ੍ਰਾਂਸਪਲਾਂਟੇਸ਼ਨ ਹੋਏਗੀ ਉਹ ਟਵਿਨਸ ਦੇ ਵਿੱਚ ਹੋਏਗੀ। ਔਰ ਸੈਕਿੰਡ ਨੰਬਰ ਤੇ ਹੋਏਗਾ ਫੈਮਿਲੀ। The best HLA match can be observed within the same family। ਇਹ ਕੁਐਸਚਨ ਪੁੱਛ ਸਕਦੇ ਆ, ਟਵਿਨਸ ਦਾ ਸਭ ਤੋਂ ਬੈਸਟ ਔਰ ਸੈਕਿੰਡ ਨੰਬਰ ਤੇ ਆਪਾਂ ਦੇਖਦੇ ਹਾਂ ਤਾਂ ਫੈਮਿਲੀ ਦਾ ਹੋਏਗਾ। ਔਰ ਦੋਨੋਂ ਅਗਰ ਕਿਸੇ ਆਪਾਂ ਹੋਰ ਪਰਸਨ ਦੀ ਗੱਲ ਕਰਦੇ ਹਾਂ ਤਾਂ MHC ਟੈਸਟ ਪਹਿਲਾਂ ਕਰਿਆ ਜਾਏਗਾ, ਮੈਚ ਦੇਖਿਆ ਜਾਏਗਾ। ਅਗਰ ਸਿਮਿਲਰ ਹੈ ਤਾਂ ਫਿਰ ਟਿਸ਼ੂ ਟਾਈਪ ਜਿਹੜੀ ਆਪਾਂ ਜਾਂ ਟ੍ਰਾਂਸਪਲਾਂਟੇਸ਼ਨ ਹੋ ਸਕਦੀ। ਔਰ ਜਦੋਂ ਟਿਸ਼ੂ ਗ੍ਰਾਫਟਿੰਗ ਕਰੀ ਜਾਏਗੀ, ਟਿਸ਼ੂ ਮੈਚਿੰਗ, ਬਲੱਡ ਗਰੁੱਪ, ਇਹ ਸਭ ਜੋ ਜਦੋਂ ਵੀ ਰੈਸੀਪੀਐਂਟ ਤੋਂ ਡੋਨਰ ਤੱਕ ਕੋਈ ਚੀਜ਼ ਟ੍ਰਾਂਸਪਲਾਂਟ ਕਰਨੀ ਹੈ ਤਾਂ ਟਿਸ਼ੂ ਮੈਚਿੰਗ ਕਰੀ ਜਾਏਗੀ, ਟਿਸ਼ੂ ਬਲੱਡ ਮੈਚਿੰਗ ਔਰ ਥਰਡ ਵਾਲਾ ਹਿਸਟੋਕੰਪੈਟੇਬਿਲਿਟੀ, ਤਿੰਨੋਂ ਚੀਜ਼ਾਂ ਹੀ ਕਰੀਆਂ ਜਾਣਗੀਆਂ। ਅਗਰ ਸੇਮ ਹੈ ਤਾਂ ਫਿਰ ਕੀ ਹੋਏਗਾ, ਫਿਰ ਟ੍ਰਾਂਸਪਲਾਂਟ ਕਰਿਆ ਜਾ ਸਕਦਾ। ਔਰ ਜਦੋਂ ਟ੍ਰਾਂਸਪਲਾਂਟ ਕਰਾਂਗੇ ਤਾਂ ਪੇਸ਼ੈਂਟ ਐਜ਼ ਨੋ ਟੇਕ ਇਮਿਊਨੋਸਪਰੈਸਰ ਆਲ ਇਜ਼ ਹਰ ਲਾਈਫ। ਔਰ ਟ੍ਰਾਂਸਪਲਾਂਟੇਸ਼ਨ ਜਦੋਂ ਹੋਏਗੀ, ਅਗਰ ਇੱਕ ਆਪਣੇ ਕੋਲ ਰੈਸੀਪੀਐਂਟ ਹੈ, ਇੱਕ ਡੋਨਰ, ਰੈਸੀਪੀਐਂਟ ਔਰ ਡੋਨਰ, ਔਰ ਡੋਨਰ ਤੋਂ ਕੋਈ ਵੀ ਚੀਜ਼ ਅਗਰ ਆਪਾਂ ਰੈਸੀਪੀਐਂਟ ਦੇ ਵਿੱਚ ਲੈ ਕੇ ਜਾਣਗੇ, ਅਗਰ ਉਸਦਾ ਬਲੱਡ ਗਰੁੱਪ ਸੇਮ ਹੈ, HLA ਸੇਮ ਹੈ ਦੋਨੋਂ ਵਿੱਚ, ਤਾਂ ਫਿਰ ਕੀ ਹੋਏਗਾ, ਇਹ ਦੋ ਚੀਜ਼ਾਂ ਅਗਰ ਸਹੀ ਹੈ, ਟਿਸ਼ੂ ਟਾਈਪ ਜਿਹੜੀ ਹੈ ਅਗਰ ਉਹ ਟਿਸ਼ੂ ਮੈਚ ਕਰ ਗਿਆ, ਟਿਸ਼ੂ ਮੈਚ ਹੈ, ਇਹ ਤਿੰਨ ਚੀਜ਼ਾਂ ਅਗਰ ਆਪਾਂ ਕਰ ਲਈਆਂ ਤਾਂ ਫਿਰ ਕੀ ਹੋਏਗਾ, ਡੋਨਰ ਤੋਂ ਰੈਸੀਪੀਐਂਟ ਤੱਕ ਕੋਈ ਵੀ ਆਪਾਂ ਚੀਜ਼ ਟ੍ਰਾਂਸਪਲਾਂਟ ਕਰ ਸਕਦੇ ਹਾਂ। ਅਗਰ ਟ੍ਰਾਂਸਪਲਾਂਟ ਹੋ ਗਿਆ ਤਾਂ ਉਸ ਤੋਂ ਬਾਅਦ ਵਿੱਚ ਕੁਝ ਸਮੇਂ ਲਈ ਇਮਿਊਨੋ ਸੁਪਰੈਸਰ ਦਿੱਤੇ ਜਾਂਦੇ ਆ। ਇਮਿਊਨੋ ਸੁਪਰੈਸਰ ਦੇਣ ਦੀ ਜ਼ਰੂਰਤ ਕਿਉਂ ਹੁੰਦੀ ਹੈ, ਫਿਰ ਵੀ ਕੀ ਹੁੰਦਾ, ਸਮ ਟਾਈਮ ਜੋ ਡੋਨਰ ਵਾਲੇ ਕੋਈ ਵੀ ਚੀਜ਼ ਆਪਾਂ ਅਗਰ ਟਿਸ਼ੂ ਵੀ ਦੇ ਰਹੇ ਹਾਂ ਰੈਸੀਪੀਐਂਟ ਨੂੰ ਜਾਂ ਕੋਈ ਹੋਰ ਚੀਜ਼, ਤਾਂ ਜੋ ਰੈਸੀਪੀਐਂਟ ਹੈ ਉਸ ਦਾ ਇਮਿਊਨ ਪੂਰਾ ਰਿਸਪੌਂਸ ਦੇਗਾ, ਤੇ ਇਸ ਲਈ ਇਮਿਊਨੋ ਸੁਪਰੈਸਰ ਦਿੱਤੇ ਜਾਂਦੇ ਕਿ ਜੋ ਰੈਸੀਪੀਐਂਟ ਹੈ ਉਸਦਾ ਜਿਹੜਾ ਇਮਿਊਨ ਸਿਸਟਮ ਹੈ ਉਸ ਦੇ ਅਗੇਂਸਟ ਐਕਟੀਵੇਟ ਨਾ ਹੋਏ, ਤੇ ਇਸ ਲਈ ਇਮਿਊਨੋ ਸੁਪਰੈਸਰ ਵੀ ਦਿੱਤੇ ਜਾਂਦੇ। ਲੇਕਿਨ ਅਗਰ ਇਹ ਤਿੰਨੋਂ ਟੈਸਟ ਮੈਚ ਕਰ ਜਾਂਦੇ ਆ ਤਾਂ ਫਿਰ ਉਸ ਲਈ ਕੀ ਆ, ਇਮਿਊਨੋ ਸੁਪਰੈਸਰ ਜਸਟ ਟਾਈਮ ਆਫ ਜੋ ਗ੍ਰਾਫਟਿੰਗ ਕਰ ਰਹੇ ਹੋ ਉਦੋਂ ਤੱਕ ਹੀ ਜ਼ਰੂਰਤ ਹੋਏਗੀ, ਬਾਅਦ ਵਿੱਚ ਫੁੱਲ ਲਾਈਫ ਜਾਂ ਲੌਂਗ ਲਾਈਫ ਵਿੱਚ ਇਹਦੀ ਜ਼ਰੂਰਤ ਨਹੀਂ ਹੋਏਗੀ। ਇਹ ਕਹਿ ਰਹੇ ਆ blood matching होगी essential before undertaking any graft transplant, and even after this the patient has no take immunosuppressor all of his life। यही कह रहे हैं कि लंबे समय तक immunosuppressor लेने की जरूरत नहीं हुई। immunosuppressor ਮੈਡੀਸਿਨ ਹੀ ਹੁੰਦੀਆਂ, ਕੁਝ ਖਾਸ ਤਰ੍ਹਾਂ ਦੇ ਪ੍ਰੋਟੀਨ ਹੋਣਗੀਆਂ, ਉਹ ਦੱਸਦੇ ਆ ਕਿਹੜੇ ਵਾਲੀਆਂ ਜਿਹੜੀਆਂ ਲੈਂਦੇ ਆ।
ਹੁਣ ਦੇਖੋ ਆਪਣੇ ਕੋਲ ਇਹ ਪੁੱਛ ਸਕਦੇ ਸਾइक्लोस्पोरिन ਨਾਮ ਦੀ ਡਰਗ ਹੈ ਜਿਹੜੀ ਯੂਜ਼ ਕਰੀ ਜਾਂਦੀ ਹੈ ਇਮਿਊਨੋਸਪ੍ਰੈਸਰ ਵਿੱਚ। साइक्लोस्पोरिन पूछ सकते साइक्लोस्पोरिन की है ये एक इम्यूनो सुप्रैसर है जो इम्यून सिस्टम के रिस्पॉन्स ਨੂੰ ਘਟਾਉਂਦੀ ਹੈ। ਕਦੋਂ ਦਿੱਤੀ ਜਾਏਗੀ? ਜਦੋਂ ਕੋਈ ਵੀ ਆਰਗਨ ਟ੍ਰਾਂਸਪਲਾਂਟ ਕਰਾਇਆ ਜਾਏਗਾ ਜਾਂ ਫਿਰ ਟਿਸ਼ੂ ਗ੍ਰਾਫਟਿੰਗ ਕਰੀ ਜਾਏਗੀ। ਨੈਕਸਟ ਆਪਣੇ ਕੋਲ ਸਭ ਤੋਂ ਬੈਸਟ ਟਿਸ਼ੂ ਗ੍ਰਾਫਟਿੰਗ ਜਿਹੜੀ ਹੋਏਗੀ ਕਿਹਨਾਂ ਦੇ ਵਿੱਚ ਹੋਏਗੀ ਜਾਂ ਆਰਗਨ ਟ੍ਰਾਂਸਪਲਾਂਟ? ਆਟੋਗ੍ਰਾਫ। ਆਟੋਗ੍ਰਾਫ ਹੁੰਦਾ ਆਪਣੇ ਹੀ ਆਪ ਤੋਂ, ਠੀਕ ਹੈ, ਇੱਕ ਬੋਡੀ ਪਾਰਟ ਤੋਂ ਕੀ ਹੁੰਦਾ, ਵਨ ਬੋਡੀ ਪਾਰਟ ਤੋਂ ਕਿਸੇ ਅਨਦਰ ਬੋਡੀ ਪਾਰਟ ਤੱਕ ਕਿਸੇ ਤਰ੍ਹਾਂ ਦੀ ਸਰਜਰੀ ਕਰਨਾ, ਵਨ ਬੋਡੀ ਪਾਰਟ ਤੋਂ ਅਨਦਰ ਬੋਡੀ ਪਾਰਟ। ਇਹਦੇ ਵਿੱਚ ਕੀ ਹੈ ਕਿ ਆਊਟਰ ਸਕਿਨ ਦਾ ਯੂਜ਼ ਕਰਿਆ ਜਾਂਦਾ ਹੈ, ਇੱਕ ਜਗ੍ਹਾ ਤੋਂ ਜਿਹੜੀ ਸਕਿਨ ਆ ਉਸਨੂੰ ਜਿਸ ਜਗ੍ਹਾ ਨੀਡ ਹੈ ਤਾਂ ਉਸ ਜਗ੍ਹਾ ਤੇ ਪਲਾਂਟ ਕਰਿਆ ਜਾਂਦਾ। ਟਿਸ਼ੂ ਗ੍ਰਾਫਟਿੰਗ ਇੱਕ ਤਰ੍ਹਾਂ ਦੀ ਹੋਗੀ। ਆਟੋਗ੍ਰਾਫ ਟ੍ਰਾਂਸਪਲਾਂਟੇਸ਼ਨ ਆਫ ਟਿਸ਼ੂ ਫਰੋਮ ਵਨ ਬੋਡੀ ਪਾਰਟ ਟੂ ਅਨਦਰ ਬੋਡੀ ਪਾਰਟ ਆਫ ਐਨ ਇੰਡੀਵਿਜੂਅਲ। ਇਹ ਸਭ ਤੋਂ ਸਕਸੈਸਫੁਲ ਹੁੰਦਾ ਕਿਉਂਕਿ ਇਹਦੇ ਵਿੱਚ ਰਿਜੈਕਸ਼ਨ ਦਾ ਤਾਂ ਕੋਈ ਸਵਾਲ ਹੀ ਨਹੀਂ ਹੈ, ਕਿਉਂਕਿ ਸਿਮਿਲਰ ਹੀ ਇੰਡੀਵਿਜੂਅਲ ਤੋਂ ਹੀ ਹੈ ਔਰ ਉਸਦਾ ਖੁਦ ਹੀ ਇੱਕ ਪਾਰਟ ਤੋਂ ਦੂਸਰੇ ਬੋਡੀ ਪਾਰਟ ਤੱਕ ਆਪਾਂ ਗ੍ਰਾਫਟਿੰਗ ਕਰ ਰਹੇ। ਨੈਕਸਟ ਹੈ ਆਈਸੋਗ੍ਰਾਫ। ਆਈਸੋਗ੍ਰਾਫ ਕਿਹਦੇ ਚ ਹੋਏਗਾ? ਸੇਮ ਜੀਨੋਟਾਈਪ। ਸੇਮ ਜੀਨੋਟਾਈਪ ਕਿਹਦੇ ਚ ਹੋਏਗਾ? ਇਹ ਟਵਿੰਸ ਦੀ ਗੱਲ ਕਰ, ਜੋ ਟਵਿੰਸ ਹੋਣਗੇ ਉਸਦਾ ਜੋ ਜੈਨੇਟਿਕਸ ਜਿਹੜੀ ਹੋਏਗੀ ਉਹਦੀ ਸੇਮ ਹੋਏਗੀ ਦੋਨੋਂ ਦੀ। ਟਵਿੰਸ ਦੇ ਜਿਹੜੇ ਹੋਣਗੇ ਟ੍ਰਾਂਸਪਲਾਂਟੇਸ਼ਨ ਆਫ ਟਿਸ਼ੂ ਇਨ ਬਿਟਵੀਨ ਇੰਡੀਵਿਜੂਅਲ ਆਫ ਸੇਮ ਜੀਨੋਟਾਈਪ ਵਾਲੇ ਕਿਹੜੇ ਹੋਣਗੇ? ਟਵਿੰਸ ਦੀ ਹੀ ਗੱਲ ਕਰ ਰਹੇ ਕਿਉਂਕਿ ਟਵਿੰਸ ਕੀ ਹੁੰਦੇ ਆ? ਆਇਡੈਂਟੀਕਲ ਟਵਿੰਸ ਦੇ ਵਿੱਚ ਕੀ ਹੋਏਗਾ? ਜ਼ਾਈਗੋਟ ਬਣਿਆ। ਜ਼ਾਈਗੋਟ ਦੇ ਵਿੱਚ ਕੀ ਹੈ? 46 ਹੋਣਗੇ ਨੰਬਰ ਆਫ ਕ੍ਰੋਮੋਸੋਮ। ਔਰ ਜ਼ਾਈਗੋਟ ਕੀ ਕਰਦਾ? ਇਸ ਦੇ ਪਹਿਲਾਂ ਜ਼ਾਈਗੋਟ ਪਹਿਲਾਂ ਆਪਣੇ ਡਿਵੀਜ਼ਨ ਕਰੇਗਾ। ਜਦੋਂ ਇਹ ਸੈੱਲ 16 ਤੋਂ 32 ਸਾਲ ਤੱਕ ਦਾ ਹੋਏਗਾ, 16 to 32, ਤਾਂ ਇਹ ਕੀ ਹੋ ਜਾਂਦਾ? ਬ੍ਰੇਕ ਹੋ ਜਾਏਗਾ ਦੋ ਡਿਫਰੈਂਟ ਇੰਡੀਵਿਜੂਅਲ, ਦੋ ਡਿਫਰੈਂਟ। ਇਹ ਬਲਾਸਟੋਮੀਅਰ ਕਦੋਂ ਕਿੰਨੇ ਵਾਲੇ? ਬਲਾਸਟੋਮੀਅਰ 32 ਬਲਾਸਟੋਮੀਅਰ ਦੇ ਨੀਅਰ ਅਬਾਊਟ ਜਦੋਂ 16 to 32 ਬਲਾਸਟੋਮੀਅਰ ਤੋਂ ਹੋਏਗਾ ਤਾਂ ਇਹ ਵਾਲਾ ਬਲਾਸਟੋਸਿਸਟ ਜਿਹੜਾ ਹੋਏਗਾ, ਬਲਾਸਟੋਸਿਸਟ, ਇਹ ਡਿਵਾਈਡ ਹੋ ਜਾਏਗਾ ਟੂ ਡਿਫਰੈਂਟ ਇੰਡੀਵਿਜੂਅਲ ਦੇ ਵਿੱਚ। ਤਾਂ ਇਹ ਕੀ ਹੋਣਗੇ? ਜੇ ਟੂ ਡਿਫਰੈਂਟ ਇੰਡੀਵਿਜੂਅਲ ਹੋ ਗਏ ਇਹ ਕੀ ਬਣ ਜਾਂਦੇ ਆ? ਟਵਿੰਸ। ਔਰ ਇਹਨਾਂ ਦੇ ਵਿੱਚ ਸੇਮ ਹੀ ਜੀਨੋਟਾਈਪ ਹੋਏਗਾ, ਸੇਮ ਜੀਨੋਟਾਈਪ, ਸੇਮ ਜੀਨੋਟਾਈਪ ਕਿਉਂਕਿ ਸਿਮਿਲਰ ਹੀ ਕ੍ਰੋਮੋਸੋਮ ਜਦੋਂ ਫਰਟੀਲਾਈਜੇਸ਼ਨ ਹੋਈ ਜ਼ਾਈਗੋਟ ਬਣਿਆ ਤਾਂ ਇਹਨਾਂ ਦੋਨੋਂ ਦੇ ਵਿੱਚ ਸਿਮਿਲਰ ਟਾਈਪ ਦਾ ਹੀ ਜੀਨੋਟਾਈਪ ਹੈ। ਔਰ ਇਹਨਾਂ ਦੇ ਜੇ ਫੇਸ ਹੋਣਗੇ ਉਹ ਵੀ ਇੱਕ ਦੂਜੇ ਦੇ ਨਾਲ ਮੈਚ ਕਰਨਗੇ ਔਰ ਐਵਰੀਥਿੰਗ। ਨੈਕਸਟ ਹੈ ਹੋਮੋਗ੍ਰਾਫਟ ਜਾਂ ਫਿਰ ਐਲੋਗ੍ਰਾਫਟ ਕਹਿੰਦੇ। ਹੋਮੋਗ੍ਰਾਫ ਕੀ ਹੋਏਗਾ? ਸਿਮਿਲਰ ਫੈਮਿਲੀ ਦੇ ਵਿੱਚ ਕਹਿ ਦਿੰਦੇ ਆ, ਫੈਮਿਲੀ ਮੈਂਬਰ ਔਰ ਇੰਟਰਾਸਪੈਸੀਸ ਗ੍ਰਾਫਟ, ਮਤਲਬ ਫੈਮਿਲੀ ਮੈਂਬਰ ਵੀ ਹੋ ਸਕਦਾ ਜਾਂ ਸੇਮ ਸਪੈਸੀਸ, ਮਤਲਬ ਇੱਕ ਹਿਊਮਨ ਤੋਂ ਸੈਕਿੰਡ ਹਿਊਮਨ ਤੱਕ, ਹਿਊਮਨ ਟੂ ਅਨਦਰ ਹਿਊਮਨ, within family or within family or no, ਮਤਲਬ ਸੇਮ ਫੈਮਿਲੀ ਦੇ ਵਿੱਚ ਵੀ ਹੋ ਸਕਦਾ ਔਰ ਫੈਮਿਲੀ ਤੋਂ ਆਊਟ ਵੀ ਹੋ ਸਕਦਾ, ਲੇਕਿਨ ਜਿਹੜੀ ਗ੍ਰਾਫਟਿੰਗ ਹੋਏਗੀ ਹਿਊਮਨ ਤੋਂ ਅਨਦਰ ਹਿਊਮਨ ਤੱਕ ਹੀ ਹੋਏਗੀ। ਇਸ ਦੇ ਵਿੱਚ ਟਵਿੰਸ ਨਹੀਂ ਹੈ, ਮਤਲਬ ਫੈਮਿਲੀ ਦਾ ਕੋਈ ਹੋਰ ਮੈਂਬਰ ਹੋ ਸਕਦਾ ਟਵਿੰਸ ਤੋਂ ਇਲਾਵਾ, ਜਾਂ ਫਿਰ ਕਿਸੇ ਹੋਰ ਫੈਮਿਲੀ ਜਾਂ ਕਿਸੇ ਹੋਰ ਪਰਸਨ ਤੋਂ ਗ੍ਰਾਫਟਿੰਗ ਜਿਹੜੀ ਹੋਏਗੀ ਉਹਨੂੰ ਹੋਮੋਗ੍ਰਾਫੀ ਪੁੱਛ ਸਕਦੇ ਹੋ। ਹੋਮੋਗ੍ਰਾਫ ਦੀ ਕਿਹੜੇ ਵਾਲੀ ਐਗਜ਼ਾਮਪਲ ਹੈ? ਆਇਸੋਗ੍ਰਾਫ ਦੀ ਕਿਹੜੇ ਵਾਲੀ? ਆਟੋਗ੍ਰਾਫ ਦੀ ਕਿਹੜੇ ਵਾਲੀ? ਹੈਟਰੋ ਦੇ ਵਿੱਚ ਕੀ ਹੋਏਗਾ? ਇੱਥੇ ਸਪੇਸਿਸ ਹੀ ਚੇਂਜ ਹੋ ਜਾਣਗੇ, ਹਿਊਮਨ ਤੋਂ ਕਿਸੇ ਹੋਰ ਸਪੇਸਿਸ ਤੱਕ, human to another species, another species।
ਇਹ ਵਾਲੀ ਹੋਏਗੀ ਹੈਟੇਰੋ ਜਾਂ ਫਿਰ ਜ਼ੀਨੋਗ੍ਰਾਫ। ਸਕਸੈਸਫੁਲ ਗ੍ਰਾਫ ਵਿੱਚ ਕੀ ਹੋਏਗਾ, ਸਭ ਤੋਂ ਬੈਸਟ ਸੈਲਫ ਦੀ ਹੋਏਗੀ, ਦੈਨ ਆਇਡੈਂਟੀਕਲ ਆਰਡਰ ਪੁੱਛ ਸਕਦੇ ਆ, ਸੈਲਫ ਆਇਡੈਂਟੀਕਲ ਸਿਬਲਿੰਗਸ ਜਿਹੜੇ ਭੈਣ ਭਰਾ ਹੋਣਗੇ, ਫਿਰ ਪੇਰੈਂਟਸ, ਫਿਰ ਅਨਰਿਲੇਟਡ ਡੋਨਰ। ਅਨਰਿਲੇਟਡ ਡੋਨਰ ਤਾਂ ਹੋਮੋਗ੍ਰਾਫ ਹੋਏਗਾ ਜਾਂ ਐਲੋਗ੍ਰਾਫ। ਔਰ ਜਦੋਂ ਟਿਸ਼ੂ ਟ੍ਰਾਂਸਪਲਾਂਟ ਹੋਣਾ ਜਾਂ ਆਰਗਨ ਟ੍ਰਾਂਸਪਲਾਂਟ, ਬਲੱਡ ਮੈਚਿੰਗ ਹੋਏਗੀ, ਪ੍ਰੀ ਐਂਡ ਪੋਸਟ ਆਪਰੇਟਿਵ ਸਟੀਰੋਇਡ ਥੈਰੇਪੀ। ਨੈਕਸਟ MHC ਮੇਜਰ ਹਿਸਟੋਕੰਪੈਟੇਬਿਲਿਟੀ ਕੰਪਲੈਕਸ। ਦੈਨ ਫਿਰ ਆਪਾਂ ਟਿਸ਼ੂ ਗ੍ਰਾਫਟਿੰਗ ਕਰਾਂਗੇ, ਗਰੁੱਪ ਆਫ ਜੀਨ ਪ੍ਰੈਜ਼ੈਂਟ ਔਨ ਏ 6th ਕ੍ਰੋਮੋਸੋਮ। MHC ਦੀ ਪੋਜੀਸ਼ਨ ਦੱਸ ਰਿਹਾ ਕਿੱਥੇ ਹੁੰਦੀ ਹੈ, ਗਰੁੱਪ ਆਫ ਜੀਨਸ। ਇੱਕ ਤਰ੍ਹਾਂ ਦਾ MHC ਕੀ ਹੈ, ਜੀਨਸ ਦੇ ਗਰੁੱਪ ਹੈ, ਬਹੁਤ ਸਾਰੇ ਜੀਨਸ ਹੋਣਗੇ ਜਿਹੜੇ MHC ਬਣਾਉਂਦੀਆਂ, ਜੋ 6 ਕ੍ਰੋਮੋਸੋਮ ਦੇ ਉੱਪਰ ਜੀਨਸ ਹੋਣਗੀਆਂ ਉਹ MHC ਨੂੰ ਹੀ ਰਿਪਰੈਜ਼ੈਂਟ ਕਰਦੀਆਂ, ਮੇਜਰ ਹਿਸਟੋਕੰਪੈਟੇਬਿਲਿਟੀ ਕੰਪਲੈਕਸ ਨੂੰ, ਜੋ ਕਿਸੇ ਵੀ ਡੋਨਰ ਦੇ ਆਰਗਨ ਜਾਂ ਫਿਰ ਟਿਸ਼ੂ ਨੂੰ ਰਿਜੈਕਟ ਕਰ ਸਕਦਾ ਹੈ ਜਾਂ ਫਿਰ ਉਸ ਨੂੰ ਪਰਮਿਸ਼ਨ ਦੇ ਸਕਦਾ। ਤਾਂ HSC ਕੰਪਲੈਕਸ ਦੋ ਤਰ੍ਹਾਂ ਦੇ ਆ ਪੋਜੀਸ਼ਨ ਆ ਦੇ ਰੱਖੀ ਆਪਣੇ ਕੋਲ। ਹੈਪਲੋਟਾਈਪ ਦੇਖੋ, ਹੈਪਲੋਟਾਈਪ ਇੱਕ ਕ੍ਰੋਮੋਸੋਮ, ਆਹ ਲੀਲ ਦੇ ਰੱਖੀਆਂ ਆਹ ਵਾਲੀਆਂ। ਐਰੇ ਡਿਸਪਲੇ ਆਫ ਅਲੀਲਸ ਹੈਪਲੋਟਾਈਪ, ਇੱਕ ਫਾਦਰ ਤੋਂ ਇੱਕ ਮਦਰ ਤੋਂ, ਤੇ ਇਸ ਨੂੰ ਆਪਾਂ ਕਹਿੰਦੇ ਹੈਪਲੋਟਾਈਪ। ਹੈਪਲੋਟਾਈਪ ਵਿੱਚ ਆਪਾਂ ਕਹਿੰਦੇ ਜਦੋਂ 50% ਮਦਰ ਤੋਂ ਹੋਏ 50% ਫਾਦਰ ਤੋਂ ਕੋਈ ਚੀਜ਼ ਮਿਲ ਰਹੀ ਹੈ ਤਾਂ ਆਪਾਂ ਕਹਿੰਦੇ ਹੈਪਲੋਟਾਈਪ। ਇਟ ਫਾਰਮਸ MHC ਐਂਟੀਜਨ। ਆ ਦੇਖੋ ਆ ਜਿਹੜੀ ਚੀਜ਼ ਹੈਗੀ ਹੈ ਇਹ MHC ਐਂਟੀਜਨ ਹੈ, ਕਿਹਦੇ ਤੇ ਪ੍ਰੈਜ਼ੈਂਟ ਹੈ, WBC ਦੇ ਉੱਪਰ। ਓਕੇ, WBC ਦੇ ਉੱਪਰ ਹੈ ਤਾਂ ਦੇਖੋ MHC ਪ੍ਰੈਜ਼ੈਂਟ ਔਨ ਆਲ ਸੈਲ ਮੈਂਬਰਨ, ਕਿਹਦੇ ਵਿੱਚ ਹੈਗੀ ਹੈ MHC1। ਦੋ ਤਰ੍ਹਾਂ ਦੇ ਕੰਪਲੈਕਸ ਸਿਸਟਮ ਹੋਣਗੇ, ਮੇਜਰ ਹਿਸਟੋਕੰਪੈਟੇਬਿਲਿਟੀ ਟੈਸਟ। ਇਹ ਡਿਪੈਂਡ ਕਰਦਾ ਸੈੱਲ ਟਾਈਪ ਤੇ, ਸੈੱਲ ਟਾਈਪ ਦੇ ਬੇਸ ਤੇ ਦੋਨੋਂ ਤਰ੍ਹਾਂ ਦੇ MHC ਚੱਲਣਗੇ, MHC1 MHC2। MHC1 ਜਿਹੜਾ ਹੋਏਗਾ ਇਹ ਤਾਂ ਹਰੇਕ ਸੈੱਲ ਤੇ ਹੀ ਪ੍ਰੈਜ਼ੈਂਟ ਹੋਏਗਾ, ਲੇਕਿਨ RBC ਦੇ ਉੱਪਰ ਨਹੀਂ ਹੋਏਗਾ, ਅਸੈਪਟ RBC, ਅਸੈਪਟ RBC। MHC ਜਿਹੜਾ ਸੈੱਲ ਹੋਏਗਾ ਇਹ ਸਿਰਫ ਐਂਟੀਜਨ ਪ੍ਰੈਜ਼ੈਂਟਿੰਗ ਸੈੱਲ ਮੈਕਰੋਫੇਜ ਹੋਗਾ, B ਸੈੱਲ, ਡੈਂਡਰਾਈਟ ਸੈੱਲ, ਇਹ ਸਿਰਫ ਉਹਨਾਂ ਤੇ ਹੀ ਪ੍ਰੈਜ਼ੈਂਟ ਹੋਏਗਾ ਜੋ ਇਮਿਊਨ ਸਿਸਟਮ ਦਿੰਦੇ ਆਪਣਾ, ਡਿਫੈਂਸ ਵਾਲੇ ਹੋਣਗੇ ਜਿਹੜੇ ਇਮਿਊਨ ਸਿਸਟਮ ਹੋਏਗਾ ਉਹਦੇ। ਪਹਿਲਾਂ ਇਹ ਸਿਰਫ ਕੀ ਹੈਗਾ ਸੀ, MHC ਜਾਂ HLA ਕੰਪਲੈਕਸ ਜਿਹੜਾ ਇਹ ਪਹਿਲਾਂ ਡਿਸਕਵਰ ਕਰਿਆ ਗਿਆ ਸੀ ਸਿਰਫ WBC ਦੇ ਵਿੱਚ, ਕਿ WBC ਦੇ ਵਿੱਚ ਹੀ ਆ, ਲੇਕਿਨ ਉਸ ਤੋਂ ਬਾਅਦ ਵਿੱਚ ਕੀ ਆ, ਦੋ ਤਰ੍ਹਾਂ ਦੇ MHC ਡਿਸਕਵਰ ਹੋਏ, ਇੱਕ MHC1 ਔਰ ਦੂਸਰਾ MHC2। MHC1 ਕੀ ਹੈ, ਇਹ ਸਾਰੇ ਹੀ ਸੈੱਲਾਂ ਦੇ ਉੱਪਰ ਪ੍ਰੈਜ਼ੈਂਟ ਹੁੰਦਾ, ਜਿੰਨੇ ਵੀ ਸੈੱਲ ਬੋਡੀ ਦੇ ਉਹਨਾਂ ਦੇ ਵਿੱਚ ਹੋਏਗਾ ਪ੍ਰੈਜ਼ੈਂਟ। ਲੇਕਿਨ MHC2 ਜਿਹੜੀ ਟਾਈਪ ਹੈ ਉਹ ਸਿਰਫ ਔਰ ਸਿਰਫ ਐਂਟੀਜਨ ਪ੍ਰੈਜ਼ੈਂਟਿੰਗ ਸੈੱਲ ਮੈਕਰੋਫੇਜ, B ਸੈੱਲ ਜਾਂ ਫਿਰ ਡੈਂਡਰਾਈਟ ਸੈੱਲ ਇਹਨਾਂ ਦੇ ਉੱਪਰ ਪ੍ਰੈਜ਼ੈਂਟ ਹੋਏਗਾ, RBC ਦੇ ਉੱਪਰ ਪ੍ਰੈਜ਼ੈਂਟ ਨਹੀਂ ਹੈ। MHC1 ਜਿਹੜਾ RBC ਦੇ ਉੱਪਰ ਪ੍ਰੈਜ਼ੈਂਟ ਨਹੀਂ ਹੋਏਗਾ, RBC ਦੇ ਉੱਪਰ ਆਲਰੇਡੀ ਪ੍ਰੈਜ਼ੈਂਟ ਹੁੰਦਾ, ਆਪਾਂ ਨੂੰ ਪਤਾ ਹੀ ਹੈ ਕਿ ਐਂਟੀਜਨ ਉਹਨਾਂ ਦੇ ਉੱਪਰ ਖੁਦ ਤੋਂ ਹੀ, ਅਗਰ A ਗਰੁੱਪ ਹੈ ਠੀਕ ਹੈ ਤਾਂ ਉਸਦੇ ਕੋਲ ਐਂਟੀਜਨ ਕਿਹੜੇ ਵਾਲਾ ਹੋਏਗਾ, A ਵਾਲਾ ਹੀ ਹੋਏਗਾ। ਅਗਰ ਐਂਟੀਜਨ ਹੈ ਤਾਂ ਐਂਟੀਜਨ A ਹੋਏਗਾ ਔਰ ਬੋਡੀ ਐਂਟੀਬੋਡੀ ਕਿਹੜੀ ਹੋਏਗੀ, ਅਗੇਂਸਟ B ਦੇ ਹੋਏਗੀ। ਅਗਰ ਐਂਟੀਜਨ ਹੈ ਦੇਖੋ A ਵਾਲੇ ਕੋਲ A ਟਾਈਪ ਔਰ ਐਂਟੀਬੋਡੀ ਕਿਹਦੇ ਅਗੇਂਸਟ ਹੋਏਗੀ, B ਦੇ ਅਗੇਂਸਟ ਹੋਏਗੀ, ਇਹ B ਨੂੰ ਕਦੇ ਵੀ ਅਸੈਪਟ ਨਹੀਂ ਕਰੇਗਾ, ਕਦੇ ਵੀ ਇਸ ਨੂੰ ਅਸੈਪਟ ਨਹੀਂ ਕਰਨ ਵਾਲਾ ਹੈ, ਕਿਉਂਕਿ A ਕੋਲ B ਦੇ ਅਗੇਂਸਟ ਐਂਟੀਬੋਡੀ ਔਰ B ਜਦੋਂ ਵੀ ਇਸ ਦੇ ਕੰਟੈਕਟ ਵਿੱਚ ਆਏਗਾ RBC ਦੇ ਤੇ ਇਸ ਦੀ ਰਿਜੈਕਸ਼ਨ ਹੋ ਜਾਏਗੀ। ਐਂਟੀਜਨ ਕਿਹਦੇ ਵਾਲਾ, A ਕੋਲ A ਦਾ, ਔਰ A ਵਾਲਾ ਜਦੋਂ ਵੀ ਆਏਗਾ ਤਾਂ A ਨੂੰ ਕੀ ਕਰੇਗਾ, ਰਿਸੀਵ ਕਰ ਲੇਗਾ, A ਵਾਲੇ ਨੂੰ ਕੀ ਕਰੇਗਾ, ਇਹ ਰਿਸੀਵ ਕਰੇਗਾ, ਲੇਕਿਨ B ਵਾਲਾ ਜਦੋਂ ਆਏਗਾ ਉਸਦੀ ਕੀ ਕਰਾ ਦੇਗਾ, ਰਿਜੈਕਸ਼ਨ। B ਨੂੰ A ਰਿਜੈਕਟ ਕਰੇਗਾ ਔਰ A ਵਾਲੇ ਟਾਈਪ ਨੂੰ ਕੀ ਕਰੇਗਾ, ਰਿਸੀਵ ਕਰੇਗਾ। RBC ਕੋਲ ਖੁਦ ਤੋਂ ਹੀ ਆਪਣੇ ਐਂਟੀਜਨ ਪ੍ਰੈਜ਼ੈਂਟ ਹੁੰਦੇ ਆ ਉਸਦੇ ਸਰਫੇਸ ਤੇ,
ਨੈਕਸਟ ਹੈ ਇਮਿਊਨ ਸਿਸਟਮ। ਇਮਿਊਨ ਸਿਸਟਮ ਡਿਸਆਰਡਰ, ਜੋ ਇਮਿਊਨ ਸਿਸਟਮ ਰਿਲੇਟਡ ਜਿਸ ਜੋ ਹੋਣਗੇ, ਆਪਾਂ ਉਹ ਡਿਸਆਰਡਰ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਐਲਰਜੀ। ਐਲਰਜੀ ਕੀ ਹੈ? ਜਦੋਂ ਹਾਈਪਰ ਸੈਂਸਿਟਿਵ ਜਦੋਂ ਆਪਣਾ ਹੋਏਗਾ ਇਮਿਊਨ ਸਿਸਟਮ, ਇਹ ਕੀ ਹੋਏਗਾ? ਹਾਈਪਰ ਸੈਂਸਿਟਿਵ ਇਮਿਊਨ ਹੋਏਗਾ ਜਦੋਂ ਇਮਿਊਨ, ਤਾਂ ਉਦੋਂ ਆਪਾਂ ਕਿਸੇ ਵੀ ਪਰਸਨ ਦੇ ਵਿੱਚ ਇੰਡੀਵਿਜੂਅਲ ਦੇ ਵਿੱਚ ਐਲਰਜੀ ਦੇਖਣ ਨੂੰ ਮਿਲੇਗੀ। ਔਰ ਐਲਰਜੀ ਹੋਣ ਦੇ ਕਾਰਨ ਕੀ ਹੈ? ਕਿਸੇ ਖਾਸ ਤਰ੍ਹਾਂ ਦੇ ਐਲਰਜਨ ਹੁੰਦੇ, ਜਿੱਦਾਂ ਡਸਟ ਪਾਰਟੀਕਲ ਹੋ ਗਿਆ, ਪੋਲਨ ਗ੍ਰੇਨ ਹੈ, ਜਾਂ ਫਿਰ ਮਾਈਟਸ। ਇਹਨਾਂ ਦੇ ਜਦੋਂ ਵੀ ਬੋਡੀ ਦੇ ਵਿੱਚ ਐਂਟਰੀ ਹੋਏਗੀ ਤਾਂ ਹਾਈਪਰ ਸੈਂਸਿਟਿਵ ਇਮਿਊਨ ਹੋਣ ਕਰਕੇ ਕੀ ਕਰੇਗਾ? ਐਕਸੈਸ ਵਿੱਚ ਐਂਟੀਬੋਡੀ ਨੂੰ ਰਿਲੀਜ਼ ਕਰਦਾ ਹੈਗਾ। ਐਕਸੈਸ ਵਿੱਚ ਕੀ ਕਰੇਗਾ? ਅਗਰ ਆਹ ਵਾਲੇ ਡਸਟ ਪਾਰਟੀਕਲ ਕੀ ਕਰਨਗੇ? ਐਂਟਰ ਹੋਏਗੀ, ਇਹਨਾਂ ਦੀ ਬੋਡੀ ਦੇ ਵਿੱਚ ਐਂਟਰੀ ਹੋਏਗੀ। ਐਂਟਰੀ ਹੋਣ ਤੇ ਕੀ ਕਰੇਗਾ? ਐਕਸੈਸ ਵਿੱਚ ਇਹ ਰਿਲੀਜ਼ ਹੋਣਾ ਸ਼ੁਰੂ ਹੋ ਜਾਏਗਾ। ਐਕਸੈਸ ਵਿੱਚ ਰਿਲੀਜ਼ ਹੋਏਗੀ ਐਂਟੀਬੋਡੀ। ਕਿਹੜੇ ਵਾਲੀ ਐਂਟੀਬੋਡੀ ਹੈ? ਜੋ ਐਲਰਜੀ ਵਾਸਤੇ ਹੈਗੀ IgE। E ਸਟੈਂਡ ਫੋਰ એનર્ਜੀ, ਰੱਖ ਲਿਓ ਯਾਦ, ਕਿ ਆਸਾਨੀ ਨਾਲ ਰਹਿ ਜਾਏ, IgE। ਔਰ ਜਦੋਂ ਇਹ ਹੋਏਗੀ ਤਾਂ ਆਈਜ਼ ਵਿੱਚ ਕੀ ਹੋ ਜਾਏਗਾ? ਵਾਟਰੀ ਆਈ ਹੋ ਜਾਣਗੀਆਂ, ਸਨੀਜਿੰਗ, ਛਿੱਕਾਂ ਵਗੈਰਾ ਆਉਣਗੀਆਂ, ਰਨਿੰਗ ਨੋਜ਼, ਡਿਫਿਕਲਟੀ ਇਨ ਬਰੀਥ। ਤੇ ਸਾਰੇ ਸਿੰਪਟਮ ਹੋਣਗੇ ਜਦੋਂ ਵੀ ਐਲਰਜੀ ਰਿਐਕਸ਼ਨ ਹੋਏਗਾ। ਕਿਸੇ ਵੀ ਤਰ੍ਹਾਂ ਐਲਰਜਨ ਐਂਟਰ ਕਰਦਾ, ਡਸਟ ਪਾਰਟੀਕਲ ਹੈ, ਪੋਲਨ ਗ੍ਰੇਨ ਹੋਣਗੇ, ਜਾਂ ਫਿਰ ਮਾਈਟਸ ਹੈ, ਤਾਂ IgE ਪ੍ਰੋਡਿਊਸ ਹੋਏਗੀ, ਐਕਸੈਸਿਵ ਪ੍ਰੋਡਿਊਸ ਹੋਏਗੀ, ਜਿਸ ਕਰਕੇ ਆਪਣੇ ਇਮਿਊਨ ਰਿਸਪੌਂਸ ਕਰੇਗਾ। ਤਾਂ ਔਰ ਜੋ ਸਿੰਪਟਮ ਹੋਣਗੇ ਐਲਰਜੀ ਦੇ, ਸਨੀਜ਼ਿੰਗ, ਵਾਟਰੀ ਆਈ, ਰਨਿੰਗ ਨੋਜ਼, ਡਿਫਿਕਲਟੀ ਇਨ ਬਰੀਥ, ਇਹ ਸਾਰੇ ਵਾਲੇ ਸਿੰਪਟਮ ਦੇਖਣ ਨੂੰ ਮਿਲਣਗੇ ਤੁਹਾਨੂੰ। ਔਰ ਐਲਰਜੀ ਹੋਏਗੀ ਕਿਉਂ? ਕੈਮੀਕਲ ਕੁਝ ਰਿਲੀਜ਼ ਹੋਣਗੇ, ਹਿਸਟਾਮਾਈਨ ਔਰ ਸੈਰੋਟੋਨਿਨ। ਹਿਸਟਾਮਾਈਨ ਦਾ ਕੰਮ ਕੀ ਹੁੰਦਾ? ਇਹ ਇੱਕ ਤਰ੍ਹਾਂ ਦੀ ਵੈਸੋਡਾਇਲੇਟਰ ਹੈ, ਲੇਕਿਨ ਇਸ ਦਾ ਇੱਕ ਇਫੈਕਟ ਉਲਟਾ ਰਹਿੰਦਾ। ਹਿਸਟਾਮਾਈਨ ਕੀ ਹੈ? ਵੈਸੋਡਾਇਲੇਟਰ। ਵੈਸੋਡਾਇਲੇਟਰ ਹੁੰਦਾ ਕਿ ਵੈਸਲਸ ਨੂੰ ਵਾਈਡ ਕਰਨਾ। ਜਿੰਨੀਆਂ ਵੀ ਬਲੱਡ ਵੈਸਲਸ ਹੈਗੀਆਂ ਉਸ ਨੂੰ ਕੀ ਕਰੇਗੀ? ਵਾਈਡ ਕਰਦੀਆਂ, ਵਾਈਡ ਕਰੇਗੀ। ਲੇਕਿਨ ਜਿਹੜੇ ਬ੍ਰੌਂਕਿਓਲਸ ਹੋਣਗੇ, ਬ੍ਰੌਂਕਿਓਲ ਕਿੱਥੇ ਹੋਣਗੇ? ਆਪਣੇ ਲੰਗ ਦੇ ਅੰਦਰ ਜਿਹੜੇ ਹੋਣਗੇ ਬ੍ਰੌਂਕਿਓਲਸ, ਬ੍ਰੌਂਕਾਈ, ਉਸ ਨੂੰ ਕੀ ਕਰੇਗੀ? ਬ੍ਰੌਂਕਾਈਨ ਨੂੰ ਇਹ ਕੰਸਟ੍ਰਿਕਟ ਕਰਦੀ ਹੈ। ਉੱਥੇ ਇਸ ਦਾ ਇਫੈਕਟ ਕੀ ਉਲਟਾ ਹੈ, ਕੰਸਟ੍ਰਿਕਟ ਕਰੇਗੀ। ਕੰਸਟ੍ਰਿਕਟ ਕਰੇਗੀ ਤੇ ਜਿਹੜੀ ਐਕਸਚੇਂਜ ਆਫ 에ਅਰ ਆ ਉਹ ਕੀ ਹੋ ਜਾਏਗੀ? ਘਟ ਜਾਏਗੀ। ਸੈਰੋਟੋਨਿਨ ਵੀ ਸੇਮ ਹੈ, ਉਸ ਦਾ ਵੀ ਕੰਮ ਕੀ ਹੈ? ਵੈਸੋਡਾਇਲੇਟਰ ਦਾ ਕੰਮ ਹੈ। ਵੈਸੋਡਾਇਲੇਟਰ ਹੋਏਗੀ ਤਾਂ ਉਸ ਦੇ ਰਿਸਪੌਂਸ ਵਿੱਚ ਕੀ ਹੋਏਗਾ? ਬਲੱਡ ਫਲੋ ਘਟ ਜਾਏਗਾ। ਔਰ ਜਿੱਥੇ ਵੀ ਐਲਰਜਨ ਐਂਟਰ ਹੋਇਆ ਉਸ ਜਗ੍ਹਾ ਤੇ ਕੀ ਹੋਏਗਾ? ਦੇਖੋ, ਪਹਿਲਾਂ ਤਾਂ ਨਾਰਮਲ ਇਮਿਊਨ ਸਿਸਟਮ, ਜਦੋਂ ਕਿ ਐਲਰਜਨ ਐਂਟਰ ਕਰੇਗਾ ਇਹ ਕੀ ਹੋ ਗਈਆਂ? ਵਾਈਡ ਹੋ ਗਈਆਂ, ਤਾਂ ਬਲੱਡ ਦਾ ਫਲੋ ਕੀ ਹੋ ਜਾਏਗਾ? ਬਲੱਡ ਫਲੋ ਲੋ ਹੋ ਜਾਏਗਾ, ਲੋ ਹੋਏਗਾ। ਔਰ ਐਲਰਜਨ ਦੇ ਰਿਸਪੌਂਸ ਵਿੱਚ ਕੀ ਕਰੇਗਾ? ਸਪੋਜ਼ ਕਰੋ ਉੱਥੇ ਕੋਈ ਐਲਰਜਨ ਬਾਹਰ ਦੀ ਹੋ ਰਿਹਾ, ਤਾਂ ਬਲੱਡ ਫਲੋ ਘਟੇਗਾ, ਤਾਂ ਪਰਮੇਬਿਲਿਟੀ ਕੀ ਹੋ ਜਾਏਗੀ? ਇੰਕਰੀਜ਼ ਹੋ ਜਾਏਗੀ ਵੈਸਲਸ ਦੀ। ਔਰ ਉਸ ਐਲਰਜਨ ਦੇ ਅਗੇਂਸਟ WBC ਜੋ ਵੀ ਹੋਣਗੇ ਉਹ ਕੰਮ ਕਰਨਗੇ ਔਰ ਉਸਨੂੰ ਖਤਮ ਕਰਨ ਦਾ ਕੰਮ ਕਰਨਗੇ, ਜੋ ਅੱਗੇ ਆਪਾਂ ਆਲਰੇਡੀ ਕਰ ਚੁੱਕੇ ਹਾਂ। ਇਨਫਲਾਮੇਸ਼ਨ ਆਪਾਂ ਜਦੋਂ ਪੜ੍ਹੀ ਹੈ, ਤੇ ਇਨਫਲਾਮੇਸ਼ਨ ਤੇ ਜੋ ਪ੍ਰੋਸੈਸ ਹੋਈ ਹੈ ਉਹ ਐਲਰਜਨ ਦੇ ਅਗੇਂਸਟ ਵੀ ਸਿਮਿਲਰ ਹੀ ਚੱਲੇਗੀ। ਨੈਕਸਟ ਆਪਣੇ ਕੋਲ, ਜਦੋਂ ਹਿਸਟਾਮਾਈਨ ਐਂਡ ਸੈਰੋਟੋਨਿਨ ਆਣਗੇ ਉਸ ਦੇ ਰਿਸਪੌਂਸ ਵਜੋਂ ਹੀ ਐਲਰਜੀ ਹੁੰਦੀ ਹੈ। ਐਲਰਜੀ ਰਿਲੀਜ਼ ਹੋਣ ਦਾ ਕਾਰਨ ਕੀ ਹੈ? ਜਦੋਂ IgE ਹੋਏਗੀ ਐਂਟੀਬੋਡੀ, ਔਰ ਕੁਝ ਖਾਸ ਕੈਮੀਕਲ ਰਿਲੀਜ਼ ਹੁੰਦੇ ਆ ਜਦੋਂ ਵੀ ਐਲਰਜਨ ਐਂਟਰ ਕਰਦਾ। ਹਿਸਟਾਮਾਈਨ, ਸੈਰੋਟੋਨਿਨ, ਇਹ ਕਿੱਥੋਂ ਰਿਲੀਜ਼ ਹੁੰਦੀ ਹੈ? ਮਾਸਟ ਸੈਲ। ਮਾਸਟ ਸੈਲ ਤੋਂ ਇਸ ਦੀ ਕੀ ਹੋਏਗੀ? ਰਿਲੀਜ਼ ਹੋਏਗੀ, ਸਕ੍ਰੀਸ਼ਨ ਹੋਏਗੀ ਹਿਸਟਾਮਾਈਨ ਸੈਰੋਟੋਨਿਨ ਦੀ, ਜੋ ਕੋਜ਼ ਹੈ ਐਲਰਜੀ ਦੀ। ਤਾਂ ਜੋ ਵੀ ਪੇਸ਼ੈਂਟ ਹੋਏਗਾ ਉਸ ਨੂੰ ਐਂਟੀ ਹਿਸਟਾਮਾਈਨ, ਅਡਰੇਨਾਲਿਨ ਜਾਂ ਸਟੀਰੋਇਡ ਦਿੱਤੇ ਜਾਂਦੇ ਆ ਐਲਰਜਿਕ ਰਿਐਕਸ਼ਨ ਨੂੰ ਰੋਕਣ ਲਈ। ਅਗਰ ਕਿਸੇ ਪਰਸਨ ਦੀ ਆਪਾਂ ਦੇਖਣੀ ਹੈ ਕਿ ਉਸ ਨੂੰ ਐਲਰਜੀ ਕਿਸ ਤੋਂ ਹੈ, ਤਾਂ ਉਸ ਪਰਸਨ ਨੂੰ ਡਿਫਰੈਂਟ ਟਾਈਪ ਦੇ ਐਲਰਜਨ ਨੂੰ ਕੀ ਕਰਿਆ ਜਾਏਗਾ?
ਅਲਰਜਨ ਦੇ ਸੰਪਰਕ ਕੰਟੈਕਟ ਵਿੱਚ ਲਿਆਂਦਾ ਜਾਏਗਾ, ਅਲਰਜਨ ਦੇ ਕੰਟੈਕਟ ਵਿੱਚ ਲਿਆ ਕੇ ਤੇ ਫਿਰ ਆਪਾਂ ਕਿਸੇ ਵੀ ਜੋ ਵੀ ਡਿਫੈਕਟਿਵ ਹੋਏਗਾ ਜਾਂ ਫਿਰ ਆਪਾਂ ਕਹਿ ਦਈਏ ਜਿਸ ਨੂੰ ਐਲਰਜੀ ਹੋਏਗੀ, ਅਗਰ ਆਪਾਂ ਚੈੱਕ ਕਰਨਾ ਕਿ ਉਹ ਐਲਰਜੀ ਕਿਸ ਕਾਰਨ ਹੈ, ਤਾਂ ਉਸ ਪਰਸਨ ਨੂੰ ਕੀ ਕਰਿਆ ਜਾਏਗਾ, ਪੋਲਨ ਗ੍ਰੇਨ ਜਾਂ ਫਿਰ ਸੈਕੰਡਲੀ ਡਸਟ ਪਾਰਟੀਕਲ ਜਾਂ ਥਰਡ ਨੰਬਰ ਮਾਈਟਸ ਜਾਂ ਕੋਈ ਹੋਰ ਵੀ ਐਲਰਜਿਕ ਜਿੰਨੇ ਵੀ ਹੁੰਦੇ ਆ ਐਲਰਜਨ, ਉਸ ਦੇ ਡਿਫਰੈਂਟ ਟਾਈਪਸ ਦੇ ਉਸ ਦੇ ਕੰਟੈਕਟ ਦੇ ਵਿੱਚ ਲਿਆਂਦਾ ਜਾਏਗਾ ਔਰ ਫਿਰ ਉਸ ਦੀ ਸਟੱਡੀ ਕਰੀ ਜਾਏਗੀ ਕਿ ਕਿਸ ਤੋਂ ਉਸ ਨੂੰ ਐਲਰਜਿਕ ਰਿਐਕਸ਼ਨ ਹੋ ਰਹੀ ਹੈ। ਤਾਂ ਫਿਰ ਉੱਥੋਂ ਆਪਾਂ ਸਪੈਸੀਫਿਕਲੀ ਚੈੱਕ ਕਰ ਸਕਦੇ ਹਾਂ ਕਿ ਕਿਸ ਵਾਲੇ ਪਰਸਨ ਨੂੰ ਕਿਸ ਵਾਲੀ ਚੀਜ਼ ਤੋਂ ਐਲਰਜੀ ਹੈ। ਅਗਰ ਐਲਰਜੀ ਹੈ ਤਾਂ ਉਸ ਲਈ ਉਸ ਨੂੰ ਐਂਟੀਹਿਸਟਾਮਾਈਨ ਜਿਹੜੀ ਹੋਏਗੀ, ਹਿਸਟਾਮਾਈਨ ਐਕਸੈਸ ਵਿੱਚ ਰਿਲੀਜ਼ ਹੋਏਗੀ, ਉਸ ਕਰਕੇ ਐਲਰਜੀ ਹੁੰਦੀ ਹੈ। ਤਾਂ ਉਸ ਦੇ ਸਿੰਪਟਮ ਵਜੋਂ ਸਨੀਜ਼ਿੰਗ, ਵਾਟਰੀ ਆਈ, ਇਹ ਸਭ ਕੁਝ ਹੋਏਗਾ। ਅਗਰ ਐਂਟੀਹਿਸਟਾਮਾਈਨ ਦੇਵਾਂਗੇ ਤਾਂ ਇਹ ਚੀਜ਼ਾਂ ਤੇ ਰੋਕ ਹੋ ਜਾਏਗੀ। ਐਡਰੇਨਾਲਿਨ ਐਂਡ ਸਟੀਰੋਇਡ ਜਿਹੜੇ ਹੈਗੇ ਇਹ ਰਿਡਿਊਸ ਕਰ ਦੇਗਾ ਸਿੰਪਟਮ ਆਫ ਐਲਰਜੀ। ਇਹ ਡਰਗ ਹੈ ਜੋ ਯੂਜ਼ ਕਰਦੇ हैं ਐਂਟੀਹਿਸਟਾਮਾਈਨ, ਐਡਰੇਨਾਲਿਨ, ਸਟੀਰੋਇड, याद रख लेना। ਨੈਕਸਟ ਆਪਣੇ ਕੋਲ ਬ੍ਰੋਂਕੀਓਲ ਅਸਥਮਾ। ਇਹ ਲੋਅਰ ਜਿਹੜੇ ਆਪਣੇ ਲੰਗ ਹੋਣਗੇ, ਲੰਗ ਦੇ ਲੋਅਰ ਪੋਰਸ਼ਨ ਜਿਹੜਾ ਹੋਏਗਾ, ਲੰਗ ਦਾ ਕਿਹੜੇ ਵਾਲਾ ਪੋਰਸ਼ਨ, ਲੋਅਰ ਵਿੱਚ ਜਿਹੜੇ ਇਨਫੈਕਸ਼ਨ ਹੋਏਗੀ, ਉਹ ਕਿਸ, ਉਸ ਨੂੰ ਆਪਾਂ ਕੀ ਕਹਿ ਦਿੰਦੇ ਆ, ਲੋਅਰ ਪੋਰਸ਼ਨ ਕਿਹੜੇ ਵਾਲਾ, ਬ੍ਰੋਂਕੀਓਲ। ਬ੍ਰੋਂਕੀਓਲ ਬ੍ਰੋਂਕੀਓਲ ਦੇ ਵਿੱਚ ਜਿਹੜੀ ਵਾਲੀ ਹੋਏਗੀ ਉਹਨੂੰ ਆਪਾਂ ਕੀ ਕਹਿ ਦਿਆਂਗੇ, ਬ੍ਰੋਂਕੀਅਲ ਅਸਥਮਾ। ਇਹਦੇ ਚ ਹੋਏਗਾ ਕਿ ਇਸ ਦੇ ਵਿੱਚ ਵੀ ਜੋ ਆਪਾਂ ਪਹਿਲਾਂ ਕਹਿ ਦਿੱਤਾ ਕਿ ਜਿਹੜੀਆਂ ਵਾਲਸ ਹੋਣਗੀਆਂ, ਇਟਸ ਅ ਕਾਮਨ ਐਗਜ਼ਾਮਪਲ ਆਫ ਐਲਰਜੀ, ਲੋਅਰ ਪੋਰਸ਼ਨ ਤੇ ਹੋਏਗੀ ਔਰ ਐਂਟਰੀ ਹੋਏਗੀ ਜਦੋਂ ਐਲਰਜਨ ਦੀ, ਤਾਂ ਉਦੋਂ ਰੈਸਪੀਰੇਟਰੀ ਟਿਊਬ ਜਿਹੜੀਆਂ ਹੋਣਗੀਆਂ ਬੋਡੀ ਦੀਆਂ, ਇਨਹੇਲ ਜਦੋਂ ਕਰਦੇ ਆਪਾਂ ਕੋਈ ਵੀ ਚੀਜ਼, ਇਨਹੇਲੇਸ਼ਨ ਦੇ ਕਰਕੇ ਕੋਈ ਵੀ ਐਲਰਜਨ ਬੋਡੀ ਦੇ ਵਿੱਚ ਐਂਟਰ ਕਰਕੇ, तो उस दे रिस्पॉन्स वजों की होएगा जो ब्रोंकियोल है, ब्रोंकियोल दी मैम्ब्रेन ਜਿਹੜੀ ਹੋਏਗੀ, ਅਗਰ ਆਪਣੇ ਕੋਲ ਕੀ ਹੈ, ਅੱਧਾ ਨੀਚੇ ਵਾਲਾ ਪੋਰਸ਼ਨ ਜੋ ਜਾ ਰਿਹਾ ਜਿੱਥੇ ਐਲਵਲਾਈ ਹੋਣਗੇ ਲਾਸਟ ਤੇ, ਔਰ ਜਿਹੜੇ ਬ੍ਰੈਂਕਿਓਲ ਹੋਣਗੇ, ਜੋ ਬ੍ਰੋਂਕਿਓਲ ਹੋਣਗੇ, ਬ੍ਰੋਂਕਿਓਲ ਐਲਵਲਾਈ ਤੋਂ ਉੱਪਰ ਕੀ ਹੁੰਦਾ, ਬ੍ਰੋਂਕਿਓਲ ਹੁੰਦੇ ਆ। ਔਰ ਬ੍ਰੋਂਕਿਓਲ ਦੀ ਜਿਹੜੀ ਸਰਫੇਸ ਹੋਏਗੀ ਉਸ ਦੇ ਵਾਲ ਤੇ ਕੀ ਹੋਏਗਾ, ਜੋ ਇਨਰ ਵਾਲ ਹੋਣਗੇ ਉੱਥੇ ਮੈਂਬਰਨ ਜ਼ਿਆਦਾ, ਮਿਊਕਸ ਜਿਹੜੀ ਹੈਗੀ ਉਹ ਜ਼ਿਆਦਾ ਪ੍ਰੋਡਿਊਸ ਹੋਏਗੀ, ਮਿਊਕਸ ਇਨ ਐਕਸੈਸ ਵਿੱਚ ਹੋਏਗੀ ਤਾਂ ਜਿਹੜੀ 에ਅਰ ਹੋਣੀ ਹੈ, 에ਅਰ ਐਕਸਚੇਂਜ ਹੋਣੀ ਹੈ, 에ਅਰ ਪਾਸਿਸ ਦਾ ਕੀ ਹੋਏਗਾ, ਰਸਤਾ ਕੀ ਹੋ ਜਾਏਗਾ, ਘਟ ਜਾਏਗਾ। ਜੇ ਕੋਈ ਵੀ ਐਲਰਜਨ ਸਾਹ ਦੇ ਜ਼ਰੀਏ ਐਂਟਰ ਕਰ ਗਿਆ ਤਾਂ ਬ੍ਰੋਂਕਿਓਲਸ ਤੱਕ ਜਦੋਂ ਪਹੁੰਚਦਾ ਤਾਂ ਬ੍ਰੋਂਕਿਓਲ ਕੀ ਹੋਏਗਾ, ਉਸ ਦੀ ਮੈਂਬਰਨ ਜਿਹੜੀ ਹੋਏਗੀ ਉਹ ਕੀ ਕਰੇਗੀ, ਉਹ ਐਕਸੈਸ ਵਿੱਚ ਮਿਊਕਸ ਸਕ੍ਰੀਟ ਕਰਨਾ ਸ਼ੁਰੂ ਕਰ ਦੇਗੀ। ਬ੍ਰੋਂਕਿਓਲ ਦੇ ਵਿੱਚ ਕੀ ਹੋਏਗਾ, ਬ੍ਰੋਂਕਿਓਲ ਲੈਵਲ ਤੇ ਬ੍ਰੋਂਕਿਓਲ ਜਿਹੜੇ ਹੋਣਗੇ ਉਹ ਮਿਊਕਸ ਕਰਨਗੇ ਐਕਸੈਸ ਵਿੱਚ ਸਕ੍ਰੀਟ, ਤਾਂ 에ਅਰ ਪਾਸਿਸ ਲਈ ਕੀ ਹੋਏਗਾ, 에ਅਰ ਪਾਸਿਸ ਕੀ ਹੋ ਜਾਏਗੀ, ਲੈਸ ਹੋ ਜਾਏਗੀ। ਲੈਸ ਹੋਏਗੀ ਤਾਂ ਜਿਸ ਨਾਲ ਕੀ ਹੋਏਗਾ ਕਿ ਸਾਹ ਲੈਣ ਵਿੱਚ ਦਿੱਕਤ ਹੋਏਗੀ। ਤਾਂ ਇਹ ਸਾਰਾ ਕਿਹੜੇ ਵਾਲਾ ਸਿਸਟਮ ਹੈ, ਇਹ ਹੈ ਆਪਣੇ ਕੋਲ ਬ੍ਰੋਂਕੀਅਲ ਅਸਥਮਾ। ਜਦੋਂ ਇਹ ਵਾਲਾ ਹੋਏਗਾ ਏਦਾਂ ਤੇ ਲੋਅਰ ਰੈਸਪੀਰੇਟਰੀ, ਉੱਪਰ ਵਾਲਾ ਜਿਹੜਾ ਹੋਏਗਾ ਆ, ਜਿਹੜੀ ਉੱਪਰ ਵਾਲੀ ਹੋਏਗੀ ਇਹ ਵਾਲਾ ਤਾਂ ਅਪਰ ਰੈਸਪੀਰੇਟਰੀ, ਲੇਕਿਨ ਜਿੱਦਾਂ ਹੀ ਲੰਗ ਦੇ ਨੀਚੇ ਤੱਕ ਵਾਲਾ ਪੋਰਸ਼ਨ ਜਿਹੜਾ ਹੋਏਗਾ ਇਹ ਲੋਅਰ ਰੈਸਪੀਰੇਟਰੀ ਟਰੈਕ ਹੈ,
ਜਿੱਥੋਂ ਗੈਸਿਸ ਨੇ ਐਕਸਚੇਂਜ ਹੋਣਾ, ਅਗਰ ਇੱਥੇ ਮਿਊਕਸ ਐਕਸੈਸ ਵਿੱਚ ਹੋਏਗੀ ਤਾਂ 에ਅਰ ਪਾਸਿਸ ਦਾ ਰਸਤਾ ਕੀ ਹੋ ਜਾਏਗਾ, ਬਲੌਕ ਹੋ ਜਾਂਦਾ ਜਾਂ ਕੱਟ ਜਾਂਦਾ, ਜਿਸ ਵਿੱਚ ਰੈਸਪੀਰੇਸ਼ਨ ਕਰਨ ਲਈ ਦਿੱਕਤ ਹੋਏਗੀ। ਤਾਂ ਇਹ ਵਾਲੀ ਜਿਹੜੀ ਹੋਏਗੀ ਅਲਰਜੀ, ਇਸ ਨੂੰ ਆਪਾਂ ਕਹਿੰਦੇ ਹਾਂ ਬ੍ਰੋਂਕੀਅਲ ਜੋ ਅਲਰਜੀ ਕਰਕੇ ਹੋ ਰਹੀ ਹੈ ਇਸ ਨੂੰ ਆਪਾਂ ਕਹਿੰਦੇ ਹਾਂ ਬ੍ਰੋਂਕੀਅਲ ਅਸਥਮਾ। ਮਿਊਕਸ ਕਿਉਂ ਜ਼ਿਆਦਾ ਐਕਸੈਸ ਤੇ ਸਕ੍ਰੀਟ ਹੋ ਰਹੀ ਹੈ, ਕਿਉਂਕਿ ਇਮਿਊਨ ਹਾਈਪਰ ਸੈਂਸਿਟਿਵ। ਹੁਣ ਦੇਖੋ, this is characterized by spasm of the smooth muscle present in a wall of the bronchiole. The mucous membrane on wall of the air passes start secreting excess amount of mucus, which may close the bronchiole as well as the bronchioles. Next ਹੈ ਆਪਣੇ ਕੋਲ ਕਿ ਪ੍ਰੀਵੈਂਟ ਕਿੱਦਾਂ ਕਰ ਸਕਦੇ ਆ ਇਸ ਨੂੰ। ਪ੍ਰੀਵੈਂਟ ਕਰ ਸਕਦੇ ਜਦ ਤੱਕ ਐਕਸਪੋਜ਼ਰ ਦਾ ਆਪਾਂ ਸੰਪਰਕ ਵਿੱਚ ਹੀ ਨਾ ਆਈਏ, ਉਸ ਨੂੰ ਰੋਕਿਆ ਜਾਏ, ਲਾਈਕ ਮਾਸਕ ਵਗੈਰਾ ਪਹਿਨ ਕੇ ਰੱਖੀਏ। और दूसरा इनहेलर आते हैं, इनहेलर ਜਾਂ ਫਿਰ ਬ੍ਰੋਂਕੀਓ ਡਾਇਲੇਟਰ ਡਰਗ ਹੋਣਗੇ ਜਾਂ ਫਿਰ ਇਨਹੇਲਰ ਹੋਣਗੇ ਜੋ ਇਸ ਨੂੰ ਥੋੜਾ ਰਿਲੀਫ ਦੇਣਗੇ। ਐਂਟੀਬਾਇਓਟਿਕ ਥੈਰੇਪੀ ਵੀ ਇਸ ਚੀਜ਼ ਨੂੰ ਕਿਉਰ ਕਰ ਸਕਦੀ ਹੈ। ਨੈਕਸਟ ਹੈ ਹੇ ਫੀਵਰ। ਹੇ ਫੀਵਰ ਕਿਸ ਕਰਕੇ ਹੁੰਦਾ ਹੈ, ਇਹ ਕਿਸੇ ਖਾਸ ਤਰ੍ਹਾਂ ਦੇ ਜਿਹੜੇ ਹੋਣਗੇ। ਹੇ ਫੀਵਰ ਜਦੋਂ ਪੋਲਨ ਗ੍ਰੇਨ ਅਲਰਜਨ ਐਂਟਰ ਕਰੇਗਾ ਤਾਂ ਉਸ ਕਰਕੇ ਕੀ ਹੋਏਗਾ, ਮਿਊਕਸ ਆਫ ਆਈ ਅਪਰ ਰੈਸਪੀਰੇਟਰੀ ਪਾਸੇਜ ਬਿਕਮ ਹਾਈਪਰ ਸੈਂਸਿਟਿਵ। ਹੁਣ ਦੇਖੋ, ਜੋ ਆਪਾਂ ਉੱਪਰ ਗੱਲ ਕਰ ਰਹੇ ਸੀ ਆ ਜਿਹੜਾ ਅਪਰ ਰੈਸਪੀਰੇਟਰੀ ਟਰੈਕ ਹੋਣਗੇ, ਆਹ ਵਾਲੀ ਜਿਹੜੀ ਹੋਏਗੀ ਅਪਰ ਰੈਸਪੀਰੇਟਰੀ ਟਰੈਕ ਬ੍ਰੋਂਕੀਓਲ ਤੋਂ ਉੱਪਰ ਵਾਲਾ, ਅਗਰ ਉੱਥੇ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਹੁੰਦੀ ਹੈ ਤਾਂ ਉਸ ਚੀਜ਼ ਨੂੰ ਦੇਖੋ, ਆ ਨੀਚੇ ਵੱਲ ਤਾਂ ਬ੍ਰੋਂਕੀਓਲ ਸ਼ੁਰੂ ਹੋ ਜਾਣਗੇ, ਆਹ ਵਾਲੇ ਪ੍ਰਾਇਮਰੀ ਸੈਕੰਡਰੀ ਐਲਵਲਾਈ ਹੋ ਗਏ ਨੀਚੇ। ਲੇਕਿਨ ਜਿਹੜਾ ਅਪਰ ਵਾਲਾ ਹੋਏਗਾ, ਜਿਹੜਾ ਉੱਪਰ ਆਪਣੇ ਕੋਲ ਟਰੈਕਿਟਸ ਆ ਰਿਹਾ, ਅਗਰ ਟਰੈਕਿਟਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਆ ਰਹੀ ਹੈ ਇਨਫੈਕਸ਼ਨ ਜਾਂ ਫਿਰ ਰੈਸਪੀਰੇਟਰੀ ਟਰੈਕ ਜਿਹੜਾ, ਅਗਰ ਉਹ ਅਫੈਕਟਡ ਹੋ ਰਿਹਾ ਤਾਂ ਉਹ ਕਿਸ ਕਰਕੇ ਹੋਏਗਾ, ਉਹ ਆਪਣੇ ਕੋਲ ਪੋਲਨ ਗ੍ਰੇਨ ਕਰਕੇ ਹੋਏਗਾ। ਮੇਨਲੀ ਜਿਹੜਾ ਇੱਕ ਅਲਰਜਨ ਹੈ ਉਹ ਕਿਹੜੇ ਵਾਲਾ, ਪੋਲਨ ਗ੍ਰੇਨ। mucus of eye and upper respiratory passes become hypersecreted। bronchiole ਤੋਂ ਉੱਪਰ ਵਾਲਾ ਜਿਹੜਾ ਹੋਏਗਾ ਤਾਂ ਉਸ ਨੂੰ ਆਪਾਂ ਕੀ ਕਹਿ ਦਿਆਂਗੇ, ਜਿੱਦਾਂ ਟ੍ਰੈਕਿਆਰਡ ਦੇ ਵਿੱਚ ਕੋਈ ਮਿਊਕਸ ਐਕਸੈਸ ਕ੍ਰੀਏਟ ਹੋ ਰਹੀ ਹੈ ਤਾਂ ਉਸ ਜੋ ਡਿਸਆਰਡਰ ਨੂੰ ਕਹਾਂਗੇ ਉਹ ਹੇ ਫੀਵਰ ਹੋਏ, ਹੇ ਫੀਵਰ। ਔਰ ਉਸਦਾ ਮੇਨ ਰੀਜ਼ਨ ਹੈ ਪੋਲਨ ਗ੍ਰੇਨ ਕਰਕੇ ਇਹ ਸਾਰੀ ਚੀਜ਼ ਹੋਏਗੀ। ਇਹ ਫੀਵਰ ਦਾ ਮੇਨ ਕਾਰਨ ਕੀ ਹੁੰਦਾ, ਅਗਰ ਪੋਲਨ ਗ੍ਰੇਨ ਅਲਰਜਨ ਐਂਟਰ ਕਰੇਗਾ ਰੈਸਪੀਰੇਟਰੀ ਟਰੈਕ ਦੇ ਵਿੱਚ। ਨੈਕਸਟ ਵਾਲਾ ਐਨਾਫਾਈਲੈਕਟਿਕ ਸ਼ੌਕ। ਐਨਾਫਾਈਲੈਕਟਿਕ ਸ਼ੌਕ ਦੇ ਵਿੱਚ ਡੈਥ ਤੱਕ ਵੀ ਹੋ ਜਾਂਦੀ ਹੈ। ਇਹ ਪੈਨਸਿਲਿਨ ਨਾਮ ਦੀ ਇੱਕ ਖਾਸ ਤਰ੍ਹਾਂ ਦਾ ਅਲਰਜਨ ਹੋਏਗਾ। ਅਲਰਜਨ ਕਿਹੜੇ ਵਾਲਾ, ਅਲਰਜਨ ਹੈ ਪੈਨਸਿਲਿਨ। ਜਦੋਂ ਪੈਨਸਿਲਿਨ ਬੋਡੀ ਦੇ ਵਿੱਚ ਐਂਟਰ ਕਰੇਗਾ ਤਾਂ ਜਿਹੜੀ ਹਿਸਟਾਮਾਈਨ ਸਕ੍ਰੀਟ ਹੋਏਗੀ ਮਾਸਟਰ ਸੈਲ ਤੋਂ, ਉਹਨੇ ਵੈਸੋ ਡਾਇਲੇਟ ਕਰਤੀਆਂ। ਵੈਸੋ ਕੀ ਕਰੇਗੀ, ਡਾਇਲੇਟ ਕਰਤੀਆਂ, ਵਾਈਡਰ ਹੋ ਗਈਆਂ। ਹੁਣ ਬਲੱਡ ਫਲੋ ਕੀ ਹੋਏਗਾ, ਇੱਥੇ ਬਲੱਡ ਫਲੋ ਲੋ ਹੋ ਗਿਆ ਔਰ ਬਲੱਡ ਦੀ ਪਰਮੇਬਿਲਿਟੀ ਕੀ ਹੋ ਜਾਏਗੀ, इंक्रीज हो जाएगी। ब्लड की परमेबिलिटी इंक्रीजेस। ਜਦੋਂ ਇੰਕਰੀਜ਼ ਹੋਗੀ ਤਾਂ ਬਲੱਡ ਦਾ ਜਿਹੜਾ ਬਲੱਡ ਫਲੂਇਡ ਹੈ ਉਹ ਕੀ ਹੋਏਗਾ, ਟਿਸ਼ੂ ਫਲੂਇਡ ਤੱਕ ਪਹੁੰਚ ਜਾਏਗਾ। ਆ ਟਿਸ਼ੂ ਹੈ ਤੇ ਬਲੱਡ ਦੇ ਵਿੱਚੋਂ ਕੀ ਹੋਏਗਾ, ਬਲੱਡ ਦਾ ਵੋਲੀਅਮ ਕਿੱਥੇ ਚਲਾ ਜਾਏਗਾ, ਟਿਸ਼ੂ ਫਲੂਇਡ ਤੱਕ। ਟਿਸ਼ੂ ਫਲੂਇਡ ਦੇ ਵਿੱਚ ਕੀ ਆ, ਇੱਥੇ ਆਪਣੇ ਕੋਲ ਲਿੰਫੋਸਾਈਡ ਆ ਜਾਣਗੇ। ਲਿੰਫੋਸਾਈਡ ਕਿੱਥੇ ਚਲੇ ਜਾਣਗੇ, ਟਿਸ਼ੂ ਫਲੂਇਡ ਤੱਕ। ਲਿੰਫੋਸਾਈਟ ਬਲੱਡ ਚੋਂ ਨਿਕਲ ਕੇ ਬਲੱਡ ਦੀ ਜਦੋਂ ਵੈਸਲ ਦੀ ਪਰਮੇਬਿਲਿਟੀ ਵਧੇਗੀ ਤਾਂ ਉਹ ਕਿੱਥੇ ਆ ਜਾਣਗੇ, ਟਿਸ਼ੂ ਫਲੂਇਡ ਤੱਕ ਆ ਜਾਣਗੇ ਲਿੰਫੋਸਾਈਟ ਬਾਹਰ ਚੱਲ ਕੇ। ਤਾਂ ਬਲੱਡ ਦਾ ਜਿਹੜਾ ਵੋਲੀਅਮ ਹੈ, ਬਲੱਡ ਵੋਲੀਅਮ ਕੀ ਹੋ ਜਾਏਗਾ, ਡਿਕਰੀਜ਼ ਹੋ ਜਾਏਗਾ।
ਜਦੋਂ ਬਲੱਡ ਵੋਲੀਅਮ ਡਿਕਰੀਜ਼ ਹੋਏਗਾ ਔਰ ਇਹ ਵੋਲੀਅਮ ਇੰਨਾ ਹੀ ਘਟ ਜਾਏਗਾ ਕਿ ਹਾਰਟ ਤੱਕ ਪ੍ਰੋਪਰ ਪਹੁੰਚ ਹੀ ਨਹੀਂ ਪਾਏਗਾ। ਹਾਰਟ ਤੱਕ ਜਿਹੜਾ ਹੋਏਗਾ ਬਲੱਡ ਫਲੋ ਘਟ ਜਾਏਗਾ। ਔਰ ਉਸ ਘਟਣ ਕਰਕੇ ਕੀ ਹੋਏਗਾ ਕਿ ਜੋ ਬਲੱਡ ਹੈ ਉਸ ਨੂੰ fall in blood pressure drastically and lead to death। ਔਰ ਇੰਨਾ ਜ਼ਿਆਦਾ ਘਟ ਜਾਏਗਾ ਕਿ ਉਹ ਬਲੱਡ ਜਿਹੜਾ ਹੈ ਬੋਡੀ ਤੱਕ ਪੂਰਾ ਪ੍ਰੋਪਰਲੀ ਪੰਪ ਨਹੀਂ ਹੋ ਪਾਏਗਾ। ਇੰਨਾ ਹੀ ਘੱਟ ਹੋਏਗਾ ਜਦੋਂ ਤੱਕ ਕੀ ਹੋਏਗਾ ਉਸ ਕਰਕੇ ਅਲਟੀਮੇਟਲੀ ਡੈਥ ਹੋ ਜਾਏਗੀ। ਬਲੱਡ ਵੋਲੀਅਮ ਦੇ ਵਿੱਚ ਡਰਾਸਟਿਕਲੀ ਕੀ ਹੋ ਜਾਏਗਾ ਡਿਕਰੀਜ਼ ਆ ਜਾਏਗਾ ਔਰ ਬਲੱਡ ਪ੍ਰੈਸ਼ਰ ਕੀ ਹੋ ਜਾਏਗਾ ਬੀਪੀ ਬਲੱਡ ਪ੍ਰੈਸ਼ਰ ਬਹੁਤ ਹੀ ਘੱਟ ਹੋ ਜਾਏਗਾ ਮਤਲਬ ਵੈਰੀ ਲੋ। ਤੇ ਜਿਸ ਕਰਕੇ ਕੀ ਹੋਏਗਾ ਬਲੱਡ ਵੋਲੀਅਮ ਘਟਣ ਕਰਕੇ ਬਲੱਡ ਪ੍ਰੈਸ਼ਰ ਲੋ ਹੋ ਗਿਆ ਔਰ ਉੱਪਰ ਤੋਂ ਕੀ ਹੈ ਬਲੱਡ ਵੈਸਲਸ ਵੀ ਕੀ ਹੈ ਵਾਈਡਰ ਹੈ ਡਾਇਲੇਟ ਹੋਈਆਂ ਹੋਈਆਂ ਔਰ ਇਸ ਦੇ ਵਿੱਚ ਬਲੱਡ ਜਿਹੜਾ ਹੈ ਬਲੱਡ ਪ੍ਰੈਸ਼ਰ ਲੋ ਹੋਣ ਕਰਕੇ ਕੀ ਹੋਏਗਾ ਜਿਹੜੀ ਹਾਰਟ ਬੀਟ ਹੈ ਉਹ ਸਹੀ ਢੰਗ ਨਾਲ ਨਹੀਂ ਚੱਲੇਗੀ ਪ੍ਰੋਪਰਲੀ ਨਹੀਂ ਚੱਲੇਗੀ ਜਿਸ ਕਰਕੇ ਕੀ ਹੋਏਗਾ ਜੋ ਵੀ ਪਰਸਨ ਜਾਂ ਇੰਡੀਵਿਜੂਅਲ ਹੈ ਉਸਦੀ ਡੈਥ ਹੋ ਜਾਏਗੀ। ਇਹ ਹੋਇਆ ਕਿਸ ਕਰਕੇ ਇਸ ਵਾਲੇ ਐਲਰਜਨ ਕਰਕੇ ਪੈਨਸਿਲਿਨ। The journal and severe form of allergy when allergen penicillin enter into blood stimulate the secretion of histamine। ਹਿਸਟਾਮਾਈਨ ਦਾ ਕੰਮ ਕੀ ਹੈ ਵੈਸੋ ਡਾਇਲੇਟ ਕਰਨਾ ਲੇਕਿਨ ਜਿਹੜਾ ਬ੍ਰੌਂਕੀਓਲ ਹੈ ਉਸ ਨੂੰ ਕੰਸਟ੍ਰਿਕਟ ਕਰਨਾ। ਔਰ this causes vasodilator the increased permeability of blood vessels so large amount of the fluid is leaked out from the blood vessel into extracellular fluid। ਅੱਜ ਜਿਹੜੇ ਟਿਸ਼ੂ ਵਾਲੇ ਹੁੰਦੇ ਟਿਸ਼ੂ ਫਲੂਇਡ ਇਹਨੂੰ ਐਕਸਟਰਾ ਸੈਲੂਲਰ ਫਲੂਇਡ ਹੀ ਕਹਿੰਦੇ ਆ। ਬਲੱਡ ਦੇ ਵਿੱਚ ਲਿੰਫੋਸਾਈਟ ਜਦੋਂ ਬਾਹਰ ਇੱਥੇ ਚੱਲ ਕੇ ਆਣਗੇ ਤਾਂ ਉਸ ਕਰਕੇ ਕੀ ਹੋ ਜਾਏਗਾ ਬਹੁਤ ਸਾਰਾ ਬਲੱਡ ਦੀ ਜਿਹੜਾ ਬਲੱਡ ਫਲੂਇਡ ਆ ਉਹ ਬਾਹਰ ਚਲਿਆ ਜਾਏਗਾ ਔਰ ਬਲੱਡ ਵੋਲੀਅਮ ਘਟ ਜਾਏਗਾ। ਬਲੱਡ ਵੋਲੀਅਮ ਘਟਣ ਨਾਲ ਬੀਪੀ ਲੋ ਹੋਏਗਾ ਔਰ ਬੀਪੀ ਲੋ ਹੋਣ ਦਾ ਕਾਰਨ ਇੱਕ ਬਲੱਡ ਵੋਲੀਅਮ ਦਾ ਡਿਕਰੀਜ਼ ਹੋਣਾ ਔਰ ਦੂਸਰਾ ਵੈਸੋ ਡਾਇਲੇਟ ਹੋਣ ਕਰਕੇ ਹੋਏਗਾ। ਉਹ ਬੀਪੀ ਇੰਨਾ ਜ਼ਿਆਦਾ ਘਟ ਜਾਏਗਾ ਜਿਸ ਕਰਕੇ ਕੀ ਹੋਏਗੀ ਉਸ ਪਰਸਨ ਦੀ ਡੈਥ ਤੱਕ ਵੀ ਹੋ ਸਕਦੀ। ਨੈਕਸਟ ਹੈ ਆਟੋ ਇਮਿਊਨ ਡਿਸਆਰਡਰ। ਇਹ ਆਟੋ ਇਮਿਊਨ ਡਿਸਆਰਡਰ ਹੋਏਗਾ ਕਿ ਜਦੋਂ ਬੋਡੀ ਦਾ ਇਮਿਊਨ ਸਿਸਟਮ ਸੈਲਫ ਸੈਲ ਤੇ ਹੀ ਅਟੈਕ ਕਰਨ ਲੱਗ ਜਾਏ ਸੈਲ ਤੇ ਅਟੈਕ ਕਰਨ ਲੱਗ ਜੇ ਤਾਂ ਉਸ ਆਰਡਰ ਨੂੰ ਆਪਾਂ ਕੀ ਕਹਿੰਦੇ ਉਸ ਡਿਸਆਰਡਰ ਨੂੰ ਕਹਾਂਗੇ ਆਪਾਂ ਆਟੋ ਇਮਿਊਨ ਡਿਸਆਰਡਰ। ਬੋਡੀ ਦਾ ਇਮਿਊਨ ਸਿਸਟਮ ਸੈਲਫ ਸੈਲ ਤੇ ਹੀ ਮਤਲਬ ਬੋਡੀ ਦੇ ਸੈੱਲ ਤੇ ਹੀ ਅਟੈਕ ਕਰਨਾ ਸ਼ੁਰੂ ਕਰਦੇ ਤਾਂ ਫਿਰ ਆਪਾਂ ਕਹਿੰਦੇ ਆਟੋ ਇਮਿਊਨ ਡਿਸਆਰਡਰ। ਹੁਣ ਕਿਸ ਟਾਈਪ ਤੇ ਬੋਡੀ ਦਾ ਇਮਿਊਨ ਸਿਸਟਮ ਰਿਸਪੌਂਸ ਦੇ ਰਿਹਾ ਕਿਸ ਬੋਡੀ ਦੇ ਸੈੱਲ ਦੇ ਅਗੇਂਸਟ ਦੇ ਰਿਹਾ ਉਸ ਟਾਈਪ ਦਾ ਹੀ ਡਿਸਆਰਡਰ ਦਾ ਨਾਮ ਵੀ ਹੈ ਆਪਣੇ ਕੋਲ। ਫੋਰ ਐਗਜ਼ਾਮਪਲ ਮਿਸਥੀਨੀਆ ਗ੍ਰੇਵਿਸ ਬਹੁਤ ਇੰਪੋਰਟੈਂਟ ਹੈ ਪੁੱਛ ਲੈਂਦੇ ਮਿਸਥੀਨੀਆ ਗ੍ਰੇਵਿਸ ਜਾਂ ਇਹ ਕਹਿ ਲੈਂਦੇ 3-4 ਆਪਾਂ ਨੂੰ ਦੇ ਰੱਖੀਆਂ ਹੋਣਗੀਆਂ ਡਿਜ਼ੀਜ਼ ਉਹਦੇ ਪੁੱਛ ਲੈਂਦੇ ਕਿ ਇਹਦੇ 'ਚ ਆਟੋ ਇਮਿਊਨ ਡਿਸਆਰਡਰ ਕਿਹੜੇ ਵਾਲਾ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਆਟੋ ਇਮਿਊਨ ਡਿਸਆਰਡਰ ਉਹਨਾਂ 'ਚੋਂ ਕਿਹੜਾ ਤੁਸੀਂ ਪਹਿਚਾਨਣਾ। ਜਿੱਦਾਂ ਮਿਸਥੀਨੀਆ ਗ੍ਰੇਵਿਸ ਜੋ ਐਸੀਟਾਈਲ ਕੋਲਾਈਨ ਹੈ ਰਿਸੈਪਟਰ ਹੋਣਗੇ। ਐਸੀਟਾਈਲ ਕੋਲਾਈਨ ਰਿਸੈਪਟਰ ਕੇ ਇਹ ਨਿਊਰੋ ਟ੍ਰਾਂਸਮਿਟਰ ਨਾ ਇੱਕ ਨਿਊਰੋਨ ਤੋਂ ਸੈਕਿੰਡ ਨਿਊਰੋਨ ਤੱਕ ਜਦੋਂ ਮੈਸੇਜ ਜਾਂਦਾ ਆਪਾਂ ਆਲਰੇਡੀ ਕਰ ਚੁੱਕੇ ਹਾਂ। ਅਗਰ ਇੱਕ ਨਿਊਰੋਨ ਤੋਂ ਮੈਸੇਜ ਦੂਸਰੇ ਨਿਊਰੋਨ ਤੱਕ ਜਾਣਾ ਇੱਕ ਕਿਹੜੇ ਵਾਲਾ ਸੀ ਸਿਨੈਪਟਿਕ ਐਂਡ ਸੀਗਾ। ਅਗਰ ਇੱਥੇ ਸੈਕਿੰਡ ਵਾਲਾ ਨਿਊਰੋਨ ਜਿਹੜਾ ਹੈ ਉਸਦੇ ਜਿਹੜੇ ਆਹ ਵਾਲੇ ਹੋਣਗੇ ਜਿਹਨੇ ਰਿਸੈਪਟ ਕਰਨਾ ਅੱਗੇ ਨੈਕਸਟ ਜਿਹੜੇ ਐਸੀਟਾਈਲ ਕੋਲਾਈਨ ਅਗਰ ਇੱਥੇ ਵਿੱਚ ਆ ਰਿਹਾ ਐਕਸਨ ਔਰ ਇਸ ਦਾ ਸਿਨੈਪਸਿਸ ਦੇ ਥਰੂ ਕਿੱਥੇ ਹੋਣਾ ਐਸੀਟਾਈਲ ਕੋਲਾਈਨ ਨੇ ਟ੍ਰਾਂਸਮਿਟ ਹੋਣਾ ਜਿਸ ਨੇ ਅੱਗੇ ਕੈਮੀਕਲ ਸਿਗਨਲਸ ਜਨਰੇਟ ਕਰਨਾ ਨੈਕਸਟ ਨਿਊਰੋਨ ਦੇ ਵਿੱਚ। ਅਗਰ ਇਹ ਰਿਸੈਪਟਰ ਜਿਹੜਾ ਡੰਡਰਾਈਟ ਸੈਕਿੰਡ ਵਾਲੇ ਨਿਊਰੋਨ ਦੇ ਜਿਹੜੇ ਡੰਡਰਾਈਟ ਹੈ ਡੰਡਰਾਈਟ ਦੇ ਉੱਪਰ ਕੀ ਹੋਣਗੇ ਇਹ ਰਿਸੈਪਟਰ ਹੋਣਗੇ ਐਸੀਟਾਈਲ ਕੋਲਾਈਨ ਰਿਸੈਪਟਰ ਹੋਣਗੇ। ਅਗਰ ਇਹ ਰਿਸੈਪਟਰ ਕੀ ਹੋ ਜਾਣਗੇ ਡੈਮੇਜ ਹੋ ਜਾਣ ਕਿਉਂ ਹੋਣਗੇ
ਅਗਰ ਬੋਡੀ ਦਾ ਇਮਿਊਨ ਸਿਸਟਮ ਕਿਹਦੇ ਅਗੇਂਸਟ ਕਰ ਰਿਹਾ, ਇਮਿਊਨ ਸਿਸਟਮ ਇਸ ਰਿਸੈਪਟਰ ਦੇ ਅਗੇਂਸਟ ਕੰਮ ਕਰ ਰਿਹਾ, ਤਾਂ ਉਹ ਰਿਸੈਪਟਰ ਨੂੰ ਅਗਰ ਇਹ ਕੀ ਕਰ ਦੇਗਾ, ਡਿਸਟਰੋਏ ਕਰ ਦੇਗਾ, ਤਾਂ ਇੱਕ ਨਿਊਰੋਨ ਤੋਂ ਦੂਸਰੇ ਨਿਊਰੋਨ ਤੱਕ ਇਹ ਮੈਸੇਜ ਪਹੁੰਚੇਗਾ ਹੀ ਨਹੀਂ। ਅਗਰ ਪਹੁੰਚੇਗਾ ਹੀ ਨਹੀਂ ਤਾਂ ਫਿਰ ਕੀ ਹੋਏਗਾ, ਸਕੈਲਟਲ ਮਸਲ ਜਿਹੜੇ ਪ੍ਰੋਪਰਲੀ ਕੰਮ ਨਹੀਂ ਕਰਨਗੇ। ਸਕੈਲਟਲ ਮਸਲ ਕੀ ਹੈ, ਪ੍ਰੋਪਰਲੀ ਕੰਮ ਨਹੀਂ ਕਰਨਗੇ, ਜਿਸ ਕਰਕੇ ਕੀ ਹੋ ਸਕਦਾ, ਪੈਰਾਲਾਈਸਿਸ ਹੋ ਸਕਦੀ ਹੈ, ਮਸਲ ਥੱਕ ਸਕਦੇ ਹੈ। ਆ ਸਾਰੇ ਉਸਦੇ ਸਿੰਪਟਮ। ਅਗਰ ਇੱਕ ਨਿਊਰੋਨ ਤੋਂ ਮੈਸੇਜ ਜਨਰੇਟ ਹੋਇਆ, ਉਹ ਐਕਸਨ ਤੋਂ ਪਾਸ ਹੁੰਦਾ, ਸੈਕਿੰਡ ਨਿਊਰੋਨ ਤੱਕ ਪਹੁੰਚ ਨਹੀਂ ਰਿਹਾ, ਕਿਉਂਕਿ ਆਟੋਇਮਿਊਨ ਡਿਸਆਰਡਰ ਜੋ ਮਿਸਥੀਨੀਆ ਗ੍ਰੇਵਿਸ ਹੈ, ਐਂਟੀਬੋਡੀ ਹੈ, ਜੋ ਐਂਟੀਬੋਡੀ ਨੇ ਕੀਤਾ ਸੈਕਿੰਡ ਨਿਊਰੋਨ ਦੇ ਜਿਹੜੇ ਐਸੀਟਾਈਲਕੋਲਾਈਨ ਰਿਸੈਪਟਰ ਹੈ ਉਸਨੂੰ ਕੀ ਕਰਤਾ, ਡਿਸਟਰੋਏ ਕਰਤਾ, ਡੈਮੇਜ ਕਰਤਾ ਪੂਰੀ ਤਰ੍ਹਾਂ। ਤਾਂ ਸੈਕਿੰਡ ਨਿਊਰੋਨ ਤੱਕ ਮੈਸੇਜ ਜਨਰੇਟ ਪਹੁੰਚ ਹੀ ਨਹੀਂ ਪਾਏਗਾ, ਤੇ ਸੈਕਿੰਡ ਅੱਗੇ ਥਰਡ ਵਾਲੇ ਤੱਕ ਕਿੱਦਾਂ ਮੈਸੇਜ ਜਨਰੇਟ ਕਰ ਪਾਏਗਾ। ਤੇ ਕੀ ਹੋ ਗਿਆ, ਮੈਸੇਜ ਕਨਵੇ ਨਹੀਂ ਹੋ ਪਾਇਆ, ਟ੍ਰਾਂਸਮਿਟ ਹੀ ਨਹੀਂ ਹੋ ਪਾਇਆ। ਤਾਂ ਇਸ ਤਰ੍ਹਾਂ ਦੇ ਜਿਹੜਾ ਡਿਸਆਰਡਰ ਹੋਏਗਾ, ਇਹ ਹੋਇਆ ਕਿਉਂ ਹੈ, ਐਂਟੀਬੋਡੀ ਨੇ ਐਕਟ ਕਰਿਆ ਐਸੀਟਾਈਲਕੋਲਾਈਨ ਰਿਸੈਪਟਰ ਤੇ। ਐਂਟੀਬੋਡੀ ਕਿਹਨੇ ਬਣਾਈ ਸੀ, ਬੋਡੀ ਨੇ ਹੀ ਬਣਾਈ ਸੀ, ਔਰ ਐਂਟੀਬੋਡੀ ਕੰਮ ਕਿਹਦੇ ਅਗੇਂਸਟ ਕਰਨਾ ਸ਼ੁਰੂ ਕਰਤਾ, ਬੋਡੀ ਦੇ ਸੈੱਲ ਦੇ ਅਗੇਂਸਟ ਕੰਮ ਕਰਨਾ ਸ਼ੁਰੂ ਕਰਤਾ, ਐਸੀਟਾਈਲਕੋਲਾਈਨ ਰਿਸੈਪਟਰ ਨੂੰ ਡਿਸਟਰੋਏ ਕਰਤਾ, ਜਿਸ ਨਾਲ ਕੀ ਹੋਏਗਾ, it causes depressed nerve conduction at the neuromuscular junction, leads to fatigue, weakening and paralysis of the skeletal muscle। ਇਹ ਸਾਰੀ ਚੀਜ਼ਾਂ ਹੋ ਸਕਦੀਆਂ। ਨੈਕਸਟ ਹੈ ਪਰਨੀਸ਼ੀਅਸ ਅਨੀਮੀਆ। ਪਰਨੀਸ਼ੀਅਸ ਅਨੀਮੀਆ ਜਿਹੜਾ ਕਦੋਂ ਹੋਏਗਾ, ਪਰਨੀਸ਼ੀਅਸ ਅਨੀਮੀਆ ਜਿਹੜਾ ਹੈ, ਇਹ ਐਂਟੀਬੋਡੀ ਬਣੇਗੀ ਕਿਸ ਦੇ, ਕਾਸਟ ਇੰਟ੍ਰਿੰਸਿਕ ਫੈਕਟਰ ਵਿਟਾਮਿਨ B12 ਨੇ ਅਬਜ਼ੋਰਬ ਹੋਏਗਾ। ਜਿਹੜਾ ਕਾਸਟ ਇੰਟ੍ਰਿੰਸਿਕ ਫੈਕਟਰ ਹੁੰਦਾ, ਜਿਹੜਾ ਕੀ ਕਰਦਾ, ਸਟੋਮਕ ਦੇ ਵਿੱਚ ਹੋਏਗਾ, ਇਹਦੀ ਪ੍ਰੈਜ਼ੈਂਸ ਕਿੱਥੇ ਹੁੰਦੀ ਹੈ, ਸਟੋਮਕ ਦੇ ਅੰਦਰ, ਔਰ ਇਸ ਦਾ ਕੰਮ ਕੀ ਹੁੰਦਾ, ਅਬਜ਼ੋਰਬ B12। ਅਗਰ B12 ਹੈ, ਵਿਟਾਮਿਨ B12 ਨੂੰ ਅਬਜ਼ੋਰਬ ਕਰੇਗਾ, ਤਾਂ ਉੱਥੋਂ ਦੀ ਬੰਦਾ, ਉੱਥੋਂ ਆਪਣੇ ਕੋਲ RBC ਪ੍ਰੋਡਿਊਸ ਹੋਏਗਾ, RBC ਪ੍ਰੋਡਕਸ਼ਨ ਹੁੰਦੀ। ਅਗਰ B12 ਹੀ ਉਸਦੇ ਕਾਸਟਾ ਇੰਟ੍ਰਿੰਸਿਕ ਫੈਕਟਰ ਦੇ ਅਗੇਂਸਟ ਕੀ ਹੋ ਗਈ ਹੈ, ਐਂਟੀਬੋਡੀ ਬਣਨੀ ਸ਼ੁਰੂ ਹੋ ਗਈ। ਅਗਰ ਇਸ ਤੇ ਕਿੰਨੇ ਕੰਮ ਕਰਤਾ, ਐਂਟੀਬੋਡੀ ਨੇ ਇਸ ਨੂੰ ਕੀ ਕਰਤਾ, ਡੈਮੇਜ ਕਰਤਾ, ਐਂਟੀਬੋਡੀ ਨੇ ਐਕਟ ਕਰਿਆ ਔਰ ਇਹ ਕੀ ਹੋ ਗਿਆ, ਡੈਮੇਜ ਹੋ ਗਿਆ। ਡੈਮੇਜ ਹੋ ਗਿਆ ਤਾਂ ਫਿਰ ਕੀ ਹੋਏਗਾ, ਨਾ ਤਾਂ B12 ਅਬਜ਼ੋਰਬ ਹੋਏਗਾ, ਨਾ ਹੀ ਫਿਰ ਅੱਗੇ RBC ਪ੍ਰੋਡਕਸ਼ਨ ਹੋਏਗੀ। ਤੇ ਸਾਰਾ ਕਦੋਂ ਹੋਇਆ, ਜਦੋਂ ਐਂਟੀਬੋਡੀ ਨੇ ਵਰਕ ਕਰਿਆ ਕਿਤੇ, ਕਾਸਟਾ ਇੰਟ੍ਰਿੰਸਿਕ ਫੈਕਟਰ ਤੇ, ਜੋ ਸਟੋਮਕ ਦੇ ਵਿੱਚ ਪ੍ਰੈਜ਼ੈਂਟ ਹੁੰਦਾ, ਤਾਂ ਉਹ ਅਗਰ ਡੈਮੇਜ ਹੋ ਗਿਆ ਤਾਂ ਫਿਰ ਉਹ B12 ਨੂੰ ਅਬਜ਼ੋਰਬ ਨਹੀਂ ਕਰੇਗਾ, B12 ਨੂੰ ਅਬਜ਼ੋਰਬ ਨਹੀਂ ਕਰੇਗਾ ਤਾਂ RBC ਪ੍ਰੋਡਕਸ਼ਨ ਨਹੀਂ ਹੋਏਗੀ, ਜਿਸ ਕਰਕੇ ਜੋ ਹੋਏਗੀ ਡਿਸੀਜ਼, ਉਸ ਨੂੰ ਆਪਾਂ ਅਨੀਮੀਆ ਕਹਿੰਦੇ ਹਾਂ, ਡਿਊ ਟੂ ਡੈਫੀਸ਼ੀਐਂਸੀ ਆਫ ਵਿਟਾਮਿਨ B ਕਾਲਡ ਪਰਨੀਸ਼ੀਅਸ ਅਨੀਮੀਆ। ਅਗਰ B12 ਦੀ ਕਮੀ ਕਰਕੇ ਹੋ ਰਿਹਾ, ਤਾਂ ਉਸ ਪਾਰਟੀਕੂਲਰ ਜਿਹੜੀ ਅਨੀਮੀਆ ਦਾ ਨਾਮ ਹੁੰਦਾ, ਉਹਨੂੰ ਪਰਨੀਸ਼ੀਅਸ ਅਨੀਮੀਆ ਕਹਿੰਦੇ ਆ, ਜੋ B12 ਤੇ ਡੈਫੀਸ਼ੀਐਂਸੀ ਕਰਕੇ ਹੋਏਗਾ, ਕਿਹੜੇ ਵੱਲੋਂ ਹੁੰਦਾ, ਪਰਨੀਸ਼ੀਅਸ ਅਨੀਮੀਆ। ਕਦੋਂ ਹੋਏਗਾ, ਜਦੋਂ ਐਂਟੀਬੋਡੀ ਜਿਹੜੀ ਹੈਗੀ ਹੈ ਕਾਸਟਲ ਇੰਟ੍ਰਿੰਸਿਕ ਫੈਕਟਰ ਦੇ ਅਗੇਂਸਟ ਕੰਮ ਕਰਨਾ ਸ਼ੁਰੂ ਕਰ ਦੇ। ਤਾਂ ਇਹ ਸੀ ਆਪਣਾ ਸੈਕਿੰਡ ਵਾਲਾ ਆਟੋ ਇਮਿਊਨ ਡਿਸਆਰਡਰ। ਨੈਕਸਟ ਹੈ ਹੈਸ਼ੀਮੋਟੋ ਡਿਸੀਜ਼। ਬਹੁਤ ਇੰਪੋਰਟੈਂਟ ਇਹ ਵਾਲਾ ਸਾਰਾ ਜੋ ਡਿਸੀਜ਼ਸ ਆਪਾਂ ਅੱਜ ਡਿਸਕਸ ਕਰ ਰਹੇ ਹਾਂ, ਹੈਸ਼ੀਮੋਟੋ ਡਿਸੀਜ਼। ਹੈਸ਼ੀਮੋਟੋ ਡਿਸੀਜ਼ ਆਪਾਂ ਆਲਰੇਡੀ ਅੱਗੇ ਵੀ ਕਰਕੇ ਆਏ, ਕੈਮੀਕਲ ਕੋਆਰਡੀਨੇਸ਼ਨ ਦੇ ਵਿੱਚ। ਇਹ ਐਂਟੀਬੋਡੀ ਕੰਮ ਕਰੇਗੀ ਥਾਇਰੋਇਡ ਗਲੈਂਡ ਦੇ ਅਗੇਂਸਟ। ਅਗਰ ਐਂਟੀਬੋਡੀ ਥਾਇਰੋਇਡ ਗਲੈਂਡ ਦੇ ਅਗੇਂਸਟ ਕੰਮ ਕਰੇਗੀ ਤਾਂ ਉਸ ਤੋਂ ਥਾਇਰੋਕਸਿਨ ਨਹੀਂ ਪ੍ਰੋਡਿਊਸ ਹੋਏਗਾ, ਥਾਇਰੋਕਸਿਨ ਨਹੀਂ ਹੋਏਗਾ ਤੇ ਪੇਸ਼ੈਂਟ ਦੀ ਜਿਹੜੀ ਹੈਗੀ ਹੈ ਗਲੈਂਡ, ਥਾਇਰੋਇਡ ਗਲੈਂਡ ਕੀ ਹੋ ਜਾਏਗੀ, ਉਹ ਡਿਸਟਰੋਏ ਹੋ ਜਾਏਗੀ। ਤਾਂ ਉਸ ਕਰਕੇ ਕੀ ਹੋਏਗਾ, ਹੈਸ਼ੀਮੋਟੋ ਡਿਸੀਜ਼, ਅਗਰ ਐਂਟੀਬੋਡੀ ਥਾਇਰੋਇਡ ਗਲੈਂਡ ਦੇ ਅਗੇਂਸਟ ਬਣੇਗੀ। ਨੈਕਸਟ ਹੈ ਰੈਮੇਟੋਇਡ ਆਰਥਰਾਈਟਿਸ। ਰੈਮੇਟੋਇਡ ਆਰਥਰਾਈਟਿਸ ਕੀ ਹੋਏਗਾ, ਜੋ ਜੁਆਇੰਟਸ ਹੁੰਦੇ हैं, जो जॉइंट्स हैं
ਜੁਆਇੰਟਸ ਦੇ ਵਿੱਚ ਕੀ ਆ, ਇੱਥੇ ਪਹਿਲਾਂ ਕਾਰਟਿਲੇਜਸ ਹੋਏਗੀ, ਕਾਰਟਿਲੇਜਸ ਦੀ ਲੇਅਰ ਹੋਏਗੀ ਇਨ ਬਿਟਵੀਨ, ਔਰ ਇਸ ਦੇ ਸਾਈਡ ਤੇ ਕੀ ਹੁੰਦਾ, ਸੈਨੋਵੀਅਲ ਮੈਂਬਰਨ ਹੋਏਗੀ, ਸੈਨੋਵੀਅਲ ਮੈਂਬਰਨ। ਓਕੇ, ਇਹ ਵਾਲੀ ਕਿਹੜੀ ਹੈ, ਸੈਨੋਵੀਅਲ ਮੈਂਬਰਨ। ਔਰ ਇਹਦੇ ਵਿੱਚ ਕੀ ਹੈ, ਸੈਨੋਵੀਅਲ ਫਲੂਇਡ ਹੋਏਗਾ, ਸੈਨੋਵੀਅਲ ਫਲੂਇਡ। ਜੇ ਸੈਨੋਵੀਅਲ ਫਲੂਇਡ ਹੈ, ਸੈਨੋਵੀਅਲ ਮੈਂਬਰਨ, ਸੈਨੋਵੀਅਲ ਫਲੂਇਡ ਨੂੰ ਲੀਕ ਨਹੀਂ ਹੋਣਾ, ਔਰ ਇਹਦੇ ਵਿੱਚ ਕੀ ਸਾਰਾ ਸੈਨੋਵੀਅਲ ਫਲੂਇਡ ਪਿਆ, ਜੋ ਕੀ ਕਰਦਾ ਕਾਰਟਿਲੇਜ ਨੂੰ ਕਿਸੇ ਤਰ੍ਹਾਂ ਦਾ ਇੱਥੋਂ ਡੈਮੇਜ ਹੋਣ ਤੋਂ ਬਚਾਉਂਦਾ। ਜਦੋਂ ਬੋਨਸ ਇੱਕ ਦੂਸਰੇ ਉੱਪਰ ਰਬ ਹੁੰਦੀਆਂ ਤਾਂ ਕਾਰਟਿਲੇਜ ਜਿਹੜਾ ਐਕਸਕਲੂਡ ਕਰਕੇ ਪ੍ਰੋਟੈਕਟਡ ਰਹਿੰਦਾ। ਅਗਰ ਸੈਨੋਵੀਅਲ ਮੈਂਬਰਨ ਕੀ ਹੋਏਗੀ, ਅਗਰ ਐਂਟੀਬੋਡੀ ਕਿਹੜੇ ਵਾਲੀ ਹੈ, ਐਂਟੀਬੋਡੀ ਸੈਨੋਵੀਅਲ ਮੈਂਬਰਨ ਦੇ ਅਗੇਂਸਟ ਅਗਰ ਕੰਮ ਕਰਨਾ ਸ਼ੁਰੂ ਕਰਦੇ, ਸੈਨੋਵੀਅਲ ਮੈਂਬਰਨ ਕਰਕੇ, ਤਾਂ ਫਿਰ ਕੀ ਹੋਏਗਾ, ਇਹ ਆਟੋਇਮਿਊਨ ਡਿਸਆਰਡਰ ਆਪਾਂ ਕਹਿੰਦੇ ਰੈਮੇਟੋਇਡ ਆਰਥਰਾਈਟਿਸ। ਇਹ ਜਿੱਥੇ ਜੁਆਇੰਟਸ ਹੋਣਗੇ ਨਾ, ਜੁਆਇੰਟਸ ਪੇਨ ਹੋਣੀ ਸ਼ੁਰੂ, ਜੁਆਇੰਟਸ ਪੇਨ ਜਿਹੜੇ ਹੋਣਗੇ ਉਹ ਰੈਮੇਟੋਇਡ ਆਰਥਰਾਈਟਿਸ ਕਰਕੇ ਹੀ ਹੋਏਗੀ, ਕਿਉਂਕਿ ਐਂਟੀਬੋਡੀ ਅਗਰ IgM ਸਪੈਸ਼ਲ ਐਂਟੀਬੋਡੀ ਹੈ ਜਿਹੜਾ ਇਸ ਦੇ ਵਿੱਚ ਵਰਕ ਕਰਦੀ ਹੈ, ਰੈਮੇਟੋਇਡ ਫੈਕਟਰ ਜਿਹੜਾ ਉਹ ਇੱਕ IgM ਟਾਈਪ ਦੇ ਹੀ ਐਂਟੀਬੋਡੀ ਕਰਕੇ ਹੋ ਰਹੀ ਹੈ। ਇਟ ਇਜ਼ ਕਰੈਕਟਰਾਈਜ਼ਡ ਬਾਈ ਇਨਫਲੇਮੇਸ਼ਨ ਆਫ ਸਿਨੋਵੀਅਲ ਮੈਂਬਰਨ। ਇਹਦੀ ਹੋਏਗੀ ਸਿਨੋਵੀਅਲ ਮੈਂਬਰਨ ਦੀ ਇਨਫਲੇਮੇਸ਼ਨ ਹੋਏਗੀ, ਇਹਦੇ ਇਨਫਲੇਮੇਸ਼ਨ ਹੋਏਗੀ। ਤੇ ਸਿਨੋਵੀਅਲ ਮੈਂਬਰਨ ਉਸਦੇ ਸਿਨੋਵੀਅਲ ਫਲੂਇਡ ਹੈ, ਵਿੱਚ ਕਾਰਟਿਲੇਜ ਪਏ ਹੋਏ ਹੈ ਦੋ ਬੋਨ ਦੇ ਜਿਹੜੇ ਇਨ ਬਿਟਵੀਨ। ਤਾਂ ਇਸ ਦੇ ਨਾਲ ਕੀ ਹੋਏਗਾ, ਸਿਨੋਵੀਅਲ ਫਲੂਇਡ ਇੰਕਰੀਜ਼ ਪ੍ਰੈਸ਼ਰ ਕਾਜ਼ ਪੇਨ। ਜਦੋਂ ਸਿਨੋਵੀਅਲ ਮੈਂਬਰਨ ਕੀ ਹੋਏਗੀ, ਸਿਨੋਵੀਅਲ ਫਲੂਇਡ ਕੀ ਹੋਏਗਾ, ਇਹ ਇੰਕਰੀਜ਼ ਹੁੰਦਾ ਜਾਏਗਾ, ਇੰਕਰੀਜ਼ ਹੋਏਗਾ। ਇੰਕਰੀਜ਼ ਹੋਣ ਨਾਲ ਜਿਹੜੀ ਸਿਨੋਵੀਅਲ ਮੈਂਬਰਨ ਹੈ ਇਹ ਕੀ ਹੋਏਗੀ, ਇਸ ਤੇ ਪ੍ਰੈਸ਼ਰ ਹੋਏਗਾ ਤਾਂ ਇੱਥੇ ਸਵੈਲਿੰਗ ਹੋਣੀ ਸ਼ੁਰੂ ਹੋ ਜਾਏਗੀ ਜੁਆਇੰਟਸ ਵਾਲੀ ਜਗ੍ਹਾ। ਜਿੱਥੇ ਜੁਆਇੰਟਸ ਹੋਣਗੇ ਉੱਥੇ ਕੀ ਅਪੀਅਰ ਹੋਏਗਾ, ਸਵੈਲਿੰਗ ਆਣੀ ਸ਼ੁਰੂ, ਸਵੈਲਿੰਗ ਆਣੀ ਸ਼ੁਰੂ ਹੋ, ਜਿਸ ਕਰਕੇ ਪੇਨ ਹੋਣਾ ਸ਼ੁਰੂ ਹੋ ਜਾਏਗਾ। ਕਿਉਂ ਹੋਇਆ, ਸਿਨੋਵੀਅਲ ਫਲੂਇਡ ਇੰਕਰੀਜ਼ ਹੋ ਗਿਆ, ਸਿਨੋਵੀਅਲ ਮੈਂਬਰਨ ਤੇ ਪ੍ਰੈਸ਼ਰ ਐਗਜ਼ਰਟ ਹੋਇਆ, ਤੇ ਸਿਨੋਵੀਅਲ ਮੈਂਬਰਨ ਜਿਹੜੀ ਹੈਗੀ ਆ ਉਹ ਕੀ ਹੋਏਗੀ, ਥਿਕਨੈਸ, ਉਸਦੀ ਥਿਕਨਿੰਗ ਹੋਣੀ ਸ਼ੁਰੂ ਹੋ ਜਾਏਗੀ, ਪਤਲੀ ਹੋਣੀ ਸ਼ੁਰੂ ਹੋ, ਕਿਉਂਕਿ ਪ੍ਰੈਸ਼ਰ ਪਿਆ ਇਹਦੇ ਤੇ ਇੱਕ ਇਹ ਬਾਹਰ ਦੀ ਔਰ ਇਸ ਤੇ ਪ੍ਰੈਸ਼ਰਾਈਜ਼ ਹੋ ਕੇ ਇੱਕ ਹੀ ਹੋਏਗੀ, ਪਤਲੀ ਹੋਣੀ ਸ਼ੁਰੂ ਹੋ ਜਾਏਗੀ। ਤਾਂ ਹੁਣ ਇਸ ਦੇ ਕਾਰਨ ਹੋਏਗਾ ਕਿ ਜਿਹੜੀ ਮੈਂਬਰਨ ਹੋਏਗੀ ਇਹ ਕੀ ਕਰੇਗੀ, ਇੱਕ ਜਿਹੜੇ ਮੈਂਬਰਨ ਹੈ ਸਿਨੋਵੀਅਲ ਮੈਂਬਰਨ, ਇਹ ਇੱਕ ਤਰ੍ਹਾਂ ਦੇ ਗ੍ਰੈਨੂਅਲ ਨੂੰ ਸਕ੍ਰੀਟ ਕਰਨਾ ਸ਼ੁਰੂ ਕਰ ਦੇਗੀ ਫਲੂਇਡ ਦੇ ਅੰਦਰ। ਫਲੂਇਡ ਦੇ ਅੰਦਰ ਕੀ ਕਰੇਗੀ, ਗ੍ਰੈਨੂਅਲ ਨੂੰ ਸਕ੍ਰੀਟ ਕਰਾਏਗੀ। ਗ੍ਰੈਨੂਅਲ ਜਿਹੜੇ ਹੋਣਗੇ ਉਹ ਕੀ ਕਰਨਗੇ, ਜੋ ਕਾਰਟਿਲੇਜ ਹੈ, ਸਿਨੋਵੀਅਲ ਫਲੂਇਡ ਵਧੇਗਾ ਪਹਿਲਾਂ, ਸਿਨੋਵੀਅਲ ਫਲੂਇਡ ਇੰਕਰੀਜ਼ ਹੋਏਗਾ, ਇਹਦੇ ਨਾਲ ਹੋਏਗਾ ਸਿਨੋਵੀਅਲ ਮੈਂਬਰਨ ਤੇ ਪ੍ਰੈਸ਼ਰ, ਸਿਨੋਵੀਅਲ ਮੈਂਬਰਨ ਤੇ ਕੀ ਹੋਏਗਾ, ਪ੍ਰੈਸ਼ਰ ਜਿਹੜਾ ਉਹ ਵੀ ਇੰਕਰੀਜ਼ ਹੋਏਗਾ। ਉਸ ਦੇ ਨਾਲ ਕੀ ਹੋਏਗਾ, ਸਿਨੋਵੀਅਲ ਮੈਂਬਰਨ ਥਿਕ ਹੋ ਜਾਏਗੀ, ਸਿਨੋਵੀਅਲ ਮੈਂਬਰਨ ਜਿਹੜੀ ਹੈਗੀ ਆ ਉਹ ਕੀ ਹੋ ਜਾਏਗੀ, ਥਿਕ ਹੋਣ ਨਾਲ ਕੀ ਹੋਏਗੀ, ਇਹ ਗ੍ਰੈਨੂਅਲ ਹੋਣਗੇ, ਐਬਨੋਰਮਲ ਗ੍ਰੈਨੂਅਲ ਨੂੰ ਕੀ ਕਰੇਗੀ, ਸਕ੍ਰੀਟ ਕਰਾਏਗੀ, ਨੋਰਮਲ ਗ੍ਰੈਨੂਅਲ ਜਿਹੜੇ ਹੋਣਗੇ ਉਸ ਦੀ ਸਕ੍ਰੀਸ਼ਨ ਕਰਾਏਗੀ। ਜੋ ਸਕ੍ਰੀਸ਼ਨ ਹੋਏਗੀ, ਇਹ ਗ੍ਰੈਨੂਅਲ ਜਿਹੜੇ ਹੈਗੇ ਆ ਇਹ ਕਾਰਟਿਲੇਜ ਦੇ ਉੱਪਰ ਜਾ ਕੇ ਕੀ ਕਰਨਗੇ, ਜਿਹੜੇ ਕਾਰਟਿਲੇਜ ਹੈਗੇ ਇਨ ਬਿਟਵੀਨ ਦੇ ਬੋਨ, ਜਿਹੜੇ ਕਾਰਟਿਲੇਜ ਹੈਗੇ ਆ ਕਾਰਟਿਲੇਜ ਦੇ ਉੱਪਰ ਆ ਕੇ ਕੀ ਕਰਨਗੇ, ਇੱਕ ਗ੍ਰੈਨੂਅਲ ਜਿਹੜੇ ਆ ਇਹ ਅਟੈਚ ਹੋਣਗੇ। ਤਾਂ ਅਟੈਚ ਹੋਣ ਨਾਲ ਇੱਕ ਗ੍ਰੈਨੂਅਲ ਜਦੋਂ ਇਸ ਕਾਰਟਿਲੇਜ ਦੇ ਉੱਪਰ ਕੀ ਹੋਣਗੇ, ਅਟੈਚ ਹੋ ਜਾਣਗੇ, ਤਾਂ ਇਹ ਕਾਰਟਿਲੇਜ ਕੀ ਹੋਏਗੀ, ਇਹ ਕਾਰਟਿਲੇਜ ਰਿਡਿਊਸ ਹੋਣੇ ਸ਼ੁਰੂ ਹੋ ਜਾਣਗੇ, ਰਿਡਿਊਸ ਹੋਣੇ ਸ਼ੁਰੂ ਹੋ ਜਾਣਗੇ। ਤਾਂ ਜਿਸ ਦੇ ਨਾਲ ਕੀ ਹੋਏਗਾ, ਕਾਰਟਿਲੇਜ ਜਦੋਂ ਪੂਰੀ ਤਰ੍ਹਾਂ ਰਿਡਿਊਸ ਹੋ ਗਿਆ ਤਾਂ ਇਹ ਕੀ ਹੋਏਗਾ, ਜਦੋਂ ਹੀ ਬੋਨ ਆਪਸ ਵਿੱਚ ਰਬ ਕਰੇਗੀ ਤਾਂ ਇੱਥੋਂ ਕੀ ਹੋਏਗਾ, ਪੇਨ ਹੋਣਾ ਸ਼ੁਰੂ ਹੋ ਜਾਏਗਾ। ਦੇਖੋ, the membran starts secreting abnormal granules ਜਿਹਨੂੰ ਆਪਾਂ ਪੈਨਸ ਕਹਿੰਦੇ ਹਾਂ, which after accumulating on the surface of cartilage cause its erosion। ਜੋ cartilage ਹੈ ਉਹ ਕੀ ਹੋ ਗਿਆ, erosion ਹੋਣੇ ਸ਼ੁਰੂ ਹੋ ਗਏ। as a result fibrous tissue are attached with the bone which becomes ossified making the joint immovable।
ਜਿਹੜੇ ਕਾਰਟਿਲੇਜ ਟਿਸ਼ੂ ਜਿਹੜੇ ਕਾਰਟਿਲੇਜ ਹੈਗੇ ਇਹ ਕੀ ਹੋ ਗਏ, ਖਤਮ ਹੋ ਗਏ। ਉਸ ਤੋਂ ਬਾਅਦ ਜਿਹੜੇ ਬੋਨਸ ਦੇ ਅਗਲੇ ਹਿੱਸੇ ਤੇ ਹੁੰਦੇ ਫਾਈਬਰਸ ਟਿਸ਼ੂ, ਉਹ ਇੱਕ ਦੂਜੇ ਦੇ ਨਾਲ ਕੀ ਹੋ ਜਾਣਗੇ, ਅਟੈਚ ਹੋ ਕੇ ਓਸੀਫਾਈਡ ਹੋਣਗੇ, ਜਿਸ ਕਰਕੇ ਇਥੋਂ ਜੁਆਇੰਟ ਪੇਨ ਹੋਣਾ ਸ਼ੁਰੂ ਹੋ ਜਾਏਗਾ। ਇਹ ਹੋਇਆ ਕਿਉਂ? IgM ਨਾਮ ਦੀ ਜਿਹੜੀ ਐਂਟੀਬੋਡੀ ਸੀ ਉਹਨੇ ਐਕਟ ਕਰਿਆ ਸਿਨੋਵੀਅਰ ਜਿਹੜੀ ਮੈਂਬਰਨ ਸੀ ਉਸ ਤੇ, ਸਿਨੋਵੀਅਰ ਫਲੂਇਡ ਇਨਕਰੀਜ਼ ਹੋ ਗਿਆ, ਉਹਦੀ ਜਿਹੜੀ ਸਿਨੋਵੀਅਰ ਮੈਂਬਰਨ ਉਹਦੀ ਥਿਕਨਿੰਗ ਜਿਹੜੀ ਹੈ ਉਹ ਘਟ ਗਈ, ਥਿਕਨਿੰਗ ਹੋ ਗਈ ਉਸਦੇ। ਉਸਨੇ ਪਾਈਨਸ ਨਾਮ ਦੇ ਗ੍ਰੈਨੂਲ ਨੂੰ ਸਿਕ੍ਰੀਟ ਕਰਾਇਆ, ਉਹ ਕਾਰਟਿਲੇਜ ਦੇ ਉੱਪਰ ਜਾ ਕੇ ਕੀ ਹੋ ਗਿਆ, ਅਟੈਚ ਹੋ ਕੇ ਕਾਰਟਿਲੇਜ ਨੂੰ ਰਿਡਿਊਸ ਕਰਤਾ, ਔਰ ਜਿਹੜੀ ਬੋਨਸ ਆਪਸ ਵਿੱਚ ਕੀ ਹੈ ਰੱਬ ਹੋਣੀਆਂ ਸ਼ੁਰੂ ਹੋ ਗਈਆਂ, ਜਿਸ ਕਰਕੇ ਰੈਮੇਟੋਇਡ ਆਰਥਰਾਈਟਿਸ ਹੋ ਗਿਆ। ਤਾਂ ਇਸ ਦੀ ਜਿਹੜੀ ਆਪਣੇ ਕੋਲ ਟ੍ਰੀਟਮੈਂਟ ਹੈ ਕਿੱਦਾਂ ਹੋ ਸਕਦੀ ਹੈ? ਟ੍ਰੀਟਮੈਂਟ ਹੋਏਗੀ ਜਾਂ ਤਾਂ ਹੀਟ ਟ੍ਰੀਟਮੈਂਟ ਕਰੀਏ ਇਸमें, ਜਾਂ ਫਿਜ਼ੀਓਥੈਰੇਪੀ ਦੇ ਥਰੂ ਹੋ ਸਕਦੀ ਹੈ, ਜਾਂ ਫਿਰ ਥਰਡ ਵਾਲਾ ਜੁਆਇੰਟ ਰਿਪਲੇਸਮੈਂਟ ਸਰਜਰੀ ਵੀ ਕੀਤੀ ਜਾ ਸਕਦੀ ਹੈ। ਇਹ ਸਾਰੇ ਰੈਮੇਟੋਇਡ ਆਰਥਰਾਈਟਿਸ ਤੋਂ ਟ੍ਰੀਟਮੈਂਟ ਦੇ ਉਪਾਅ ਹੈ। ਨੈਕਸਟ ਹੈ ਆਪਣੇ ਕੋਲ IDM, ਇਹ ਆਪਾਂ ਆਲਰੇਡੀ ਕਰੇ ਹੋਏ ਆ IDM, ਇਨਸੂਲਿਨ ਡਿਪੈਂਡੈਂਟ ਡਾਇਬੀਟਿਸ ਮਿਲਟਿਸ। ਇਹ ਇਨਸੂਲਿਨ ਤੇ ਕਮੀ ਕਰਕੇ ਹੋਏਗਾ, ਲੇਕਿਨ ਜਿਹੜੇ ਪੈਂਕਰੀਅਸ ਦੇ ਵਿੱਚ ਬੀਟਾ ਸੈੱਲ ਹੈ ਉਹੀ ਇਨਸੂਲਿਨ ਨੂੰ ਬਣਾਉਂਦੇ ਆ। ਇਹ ਇਨਸੂਲਿਨ ਨੂੰ ਕੀ ਕਰਦੇ ਆ, ਪ੍ਰੋਡਿਊਸ ਕਰਦੇ ਆ। ਇਨਸੂਲਿਨ ਨੂੰ ਬੀਟਾ ਸੈੱਲ ਬਣਾਉਂਦੇ, ਅਲਫਾ ਸੈੱਲ ਬਣਾਉਂਦੇ ਸੀ ਗਲੂਕਾਗੋਨ ਨੂੰ ਅਲਫਾ ਸੈੱਲ ਬਣਾਉਂਦੇ। ਜਿਹੜੇ ਬੀਟਾ ਸੈੱਲ ਹੈਗੇ ਆ ਇਹਨਾਂ ਤੇ ਅਗੇਂਸਟ ਐਂਟੀਬੋਡੀ ਬਣੇਗੀ, ਔਰ ਇਨਸੂਲਿਨ ਦੀ ਜਿਹੜੀ ਪ੍ਰੋਡਕਸ਼ਨ ਉਹ ਕੀ ਹੋ ਜਾਏਗੀ, ਲੋ ਹੋ ਜਾਏਗੀ। ਲੋ ਹੋਏਗੀ ਤਾਂ ਜਿਹੜੇ ਵੀ ਹਾਈਪਰ ਗਲਾਈਸੇਮੀਆ ਹੋ ਜਾਏਗਾ, ਗਲੂਕੋਜ਼ ਯੂਰੀਆ, ਪੋਲੀਯੂਰੀਆ, ਪੋਲੀਪਸੀਡੀਆ, ਇਹ ਸਾਰੇ ਹਾਈਪਰ ਗਲਾਈਸੇਮੀਆ ਹੋਏਗਾ, ਬਲੱਡ ਦੇ ਵਿੱਚ ਗਲੂਕੋਜ਼ ਦਾ ਲੈਵਲ ਘਟ ਜਾਏਗਾ। ਸਿਮਟਮ ਹਾਈਪਰ ਗਲਾਈਸੇਮੀਆ, ਹਾਈਪਰ ਗਲਾਈਸੇਮੀਆ ਕੀ ਹੈ ਆਪਣੇ ਕੋਲ, ਬਲੱਡ ਦੇ ਗਲੂਕੋਜ਼ ਦਾ ਲੈਵਲ ਵੱਧ ਜਾਏਗਾ। ਹਾਈਪਰ ਗਲਾਈਸੇਮੀਆ ਗਲਾਈਕੋ ਯੂਰੀਆ, ਜੋ ਯੂਰੀਆ ਹੈ ਯੂਰਿਨ ਦੇ ਵਿੱਚ ਗਲੂਕੋਜ਼ ਦਾ ਲੈਵਲ ਵੱਧ ਜਾਏਗਾ। ਪੋਲੀਯੂਰੀਆ ਐਕਸੈਸ ਵਿੱਚ ਯੂਰਿਨ ਆਉਣਾ ਸ਼ੁਰੂ ਹੋ ਜਾਏਗਾ। ਪੋਲੀਪਸੀਡੀਆ ਐਕਸੈਸ ਵਿੱਚ ਥਰਸਟ ਲੱਗੇਗੀ, ਔਰ ਇਹ ਸਾਰਾ ਆਪਣੇ ਕੋਲ ਪੋਲੀਫੇਜੀਆ ਐਕਸੈਸ ਵਿੱਚ ਕੀ ਹੈ, ਭੁੱਖ ਲੱਗੇਗੀ। ਤਾਂ ਇਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਇਨਸੂਲਿਨ ਡਿਪੈਂਡੈਂਟ ਡਾਇਬੀਟਿਸ ਮਿਲਟਿਸ ਕਰਕੇ ਹੋ ਰਿਹਾ। ਇਹ ਇੱਕ ਤਰ੍ਹਾਂ ਦਾ ਆਟੋਇਮਿਊਨ ਡਿਸਆਰਡਰ ਕਰਕੇ ਹੀ ਹੋਏਗਾ। IDDM ਇੱਕ ਤਰ੍ਹਾਂ ਦਾ ਕੀ ਹੈ ਆਪਣੇ ਕੋਲ, ਆਟੋਇਮਿਊਨ ਡਿਸਆਰਡਰ ਹੀ ਹੈ, ਠੀਕ ਹੈ। ਨੈਕਸਟ ਹੈ ਮਲਟੀਸਕਲੈਰਸਿਸ। ਮਲਟੀਸਕਲੈਰਸਿਸ ਵਿੱਚ ਕੀ ਆ, ਜੋ ਆਪਾਂ ਨਿਊਰਨ ਕਰਿਆ ਸੀ, ਨਿਊਰਨ ਡੈਂਡਰਾਈਟ ਹੋ ਗਏ, ਜੋ ਤਾਂ ਐਕਸਨ ਹੁੰਦਾ ਸੀਗਾ, ਐਕਸਨ ਦੇ ਉੱਪਰ ਇੱਕ ਲੇਅਰ ਆਪਾਂ ਕਰੀ ਸੀ, ਐਕਸਨ ਦੇ ਉੱਪਰ ਇੱਕ ਲੇਅਰ ਕਰੀ ਆ, ਕਿਹੜੀ ਵਾਲੀ ਸੀ, ਮਾਇਲਿਨ ਸ਼ੀਟ। ਅਗਰ ਮਾਇਲਿਨ ਸ਼ੀਟ ਦੇ ਉੱਪਰ ਜਿਹੜੇ ਸਚਵਨ ਸੈੱਲ ਤੋਂ ਬਣੀ ਹੋਈ ਸੀ, ਆਪਾਂ ਸਚਵਨ ਸੈੱਲ ਤੋਂ ਕੀ ਬਣਦੀ ਸੀ, ਮਾਇਲਿਨ ਸ਼ੀਟ ਬਣਦੀ ਸੀ, ਮਾਇਲਿਨ ਸ਼ੀਟ। ਅਗਰ ਮਾਇਲਿਨ ਸ਼ੀਟ ਦੇ ਅਗੇਂਸਟ ਕੀ ਹੋ ਜਾਏਗਾ, ਐਂਟੀਬੋਡੀ ਬਣਨੀ ਸ਼ੁਰੂ ਹੋ ਗਈ, ਤਾਂ ਐਂਟੀਬੋਡੀ ਐਕਟ ਕਰੇ ਕਿੱਥੇ, ਮਾਇਲਿਨ ਸ਼ੀਟ ਜਾਂ ਸਚਵਨ ਸੈੱਲ ਤੇ ਕਰੇਗੀ। ਅਗਰ ਐਂਟੀਬੋਡੀ ਕੀ ਕਰੇ, ਇਸ ਮਾਇਲਿਨ ਸ਼ੀਟ ਨੂੰ ਕੀ ਕਰਦੇ, ਡਿਸਟਰੋਏ ਕਰਦੇ। ਅਗਰ ਮਾਇਲਿਨ ਸ਼ੀਟ ਕੀ ਹੋਗੀ, ਖਤਮ ਹੋ ਗਈ, ਡਿਸਟਰੋਏ ਹੋ ਗਈ, ਤਾਂ ਉਸ ਦੇ ਨਾਲ ਕੀ ਹੋਏਗਾ, ਜੋ ਨਰਵ ਸੈੱਲ ਹੈ, ਜੋ ਨਰਵਸ ਉਹ ਕੀ ਹੋ ਜਾਣਗੀਆਂ, ਵੀਕ ਹੋ ਜਾਣਗੀਆਂ। ਤਾਂ ਇਸ ਡਿਸੀਜ਼ ਨੂੰ ਆਪਾਂ ਕੀ ਕਹਿੰਦੇ ਆ, ਇਸ ਡਿਸਆਰਡਰ ਨੂੰ ਕਹਾਂਗੇ ਮਲਟੀਸਕਲੇਰੋਸਿਸ। ਮਲਟੀਸਕਲੇਰੋਸਿਸ ਕਦੋਂ ਹੋਏਗੀ, ਜਦੋਂ ਐਂਟੀਬੋਡੀ ਮਾਇਲਿਨ ਸ਼ੀਟ ਦੇ ਅਗੇਂਸਟ ਕੰਮ ਕਰਨਾ ਸ਼ੁਰੂ ਕਰੇ। ਐਂਟੀਬੋਡੀ ਕਿਤੇ ਅਗੇਂਸਟ ਕੰਮ ਕਰੇਗੀ, ਅਗੇਂਸਟ ਕਰੇਗੀ ਮਾਇਲਿਨ ਸ਼ੀਟ ਤੇ। ਤੇ ਮਾਇਲਿਨ ਸ਼ੀਟ ਹੁੰਦੀ ਕਿੱਥੇ, ਐਕਸਨ ਦੇ ਉੱਪਰ ਹੋਏਗੀ, ਐਕਸਨ ਨੂੰ ਕਵਰ ਕਰਕੇ ਰੱਖਦੇ ਕਿ ਇੱਥੋਂ ਕਿਸੇ ਤਰ੍ਹਾਂ ਦਾ ਮੈਸੇਜ ਲੀਕ ਨਾ ਹੋਵੇ। ਤਾਂ ਡਿਸਟਰਕਸ਼ਨ ਹੋ ਗਈ ਮਾਇਲਿਨ ਸ਼ੀਟ ਦੀ, ਕਿਹਦੇ ਥਰੂ ਹੋਈ, ਐਂਟੀਬੋਡੀ ਦੇ ਥਰੂ ਹੋਈ। ਮਾਇਲਿਨ ਸ਼ੀਟ ਹੁੰਦੀ ਕਿੱਥੇ, ਐਕਸਨ ਦੇ ਉੱਪਰ ਪ੍ਰੈਜ਼ੈਂਟ ਹੁੰਦੀ ਹੈ। ਇੱਥੋਂ ਕੀ ਹੋਏਗਾ, ਜੋ ਮੈਸੇਜ ਆ, ਜੋ ਵੀ ਇੱਥੋਂ ਪੋਟੈਂਸ਼ੀਅਲ ਜਨਰੇਟ ਹੋਇਆ, ਉਸ ਦੀ ਲੀਕਿੰਗ ਹੋਣੀ ਸ਼ੁਰੂ ਹੋ ਗਈ। ਇਹ ਸੀ ਆਪਣੇ ਕੋਲ ਮਲਟੀਸਕਲੇਰੋਸਿਸ। ਨੈਕਸਟ ਹੈ ਇਮਿਊਨੋ ਡੈਫੀਸ਼ੀਐਂਸੀ ਡਿਸਆਰਡਰ, ਜੀਨ ਮਿਊਟੇਸ਼ਨ ਕਰਕੇ ਜਾਂ ਜੀਨ ਡੈਫੀਸ਼ੀਐਂਸੀ, ਇਨਫੈਕਸ਼ਨ, ਨਿਊਟ੍ਰੀਸ਼ਨਲ ਡੈਫੀਸ਼ੀਐਂਸੀ ਐਂਡ ਐਕਸੀਡੈਂਟ ਕਰਕੇ ਵੀ ਹੋ ਸਕਦੇ ਹੈ ਇਮਿਊਨੋ ਡੈਫੀਸ਼ੀਐਂਸੀ। ਜਿਹੜੇ ਐਗਜ਼ਾਮਪਲ ਏਡਸ ਕਿਸ ਕਰਕੇ ਹੁੰਦਾ ਗਾ ਆਪਣੇ ਕੋਲ, कहते हैं ना, तो जीन डेफिशिएंसी, जीन म्यूटेशन, न्यूट्रिशनल ਜਾਂ ਐਕਸੀਡੈਂਟ ਕਰਕੇ ਵੀ ਹੋ ਸਕਦੇ। ਤਾਂ HIV ਜਦੋਂ ਅਟੈਕ ਕਰਦਾ ਹੈਗਾ ਟੀ ਹੈਲਪਰ ਸੈੱਲ ਤੇ,
ਟੀ ਹੈਲਪਰ ਸੈੱਲ ਤੇ ਕਰੇਗਾ ਤਾਂ ਉਦੋਂ ਆਪਣੇ ਕੋਲ ਕੀ ਹੋਏਗਾ, ਦਿਸ ਕਾਜ਼ ਦੀ ਡਿਕਰੀਜ਼ ਕਾਊਂਟ ਆਫ ਟੀ ਹੈਲਪਰ ਸੈੱਲ, ਲੋਸ ਆਫ ਅਕਵਾਇਰਡ ਇਮਿਊਨਿਟੀ। ਅਕਵਾਇਰਡ ਇਮਿਊਨੋ ਡੈਫੀਸ਼ੀਐਂਸੀ ਸਿੰਡਰੋਮ। ਤਾਂ ਇਮਿਊਨੋ ਡੈਫੀਸ਼ੀਐਂਸੀ ਡਿਸਆਰਡਰ ਇਹ ਹੁਣ ਆਟੋ ਦੇ ਵਿੱਚ ਨਹੀਂ ਹੈ, ਇਹ ਕਿਸ ਕਰਕੇ ਜਦੋਂ ਇਮਿਊਨੋ ਆਪਣੇ ਕੀ ਹੋ ਜਾਵੇ, ਵੀਕ ਹੋ ਜਾਵੇ। ਇਟਸ ਨਾਟ ਅ ਟਾਈਪ ਆਟੋਇਮਿਊਨ, ਇਹ ਇਕੱਲਾ ਇਮਿਊਨ ਡੈਫੀਸ਼ੀਐਂਸੀ ਜਦੋਂ ਇਮਿਊਨ ਆਪਣਾ ਰਿਸਪੌਂਸ ਕੀ ਕਰੇ, ਘਟਾ ਦੇ। ਇਮਿਊਨ ਸਿਸਟਮ ਜਦੋਂ ਵੀਕ ਹੋਏ, ਵੀਕਨੈਸ ਕਰਕੇ ਹੋਏਗਾ, ਜਦੋਂ ਵੀਕ ਇਮਿਊਨੋ ਸਿਸਟਮ ਹੋਏਗਾ ਤਾਂ ਉਸ ਕਰਕੇ ਜੋ ਡਿਸਆਰਡਰ ਹੋਣਗੇ ਉਸ ਨੂੰ ਆਪਾਂ ਡਿਸਕਸ ਕਰਦੇ ਹਾਂ। ਤੇ ਜੀਨ ਮਿਊਟੇਸ਼ਨ ਕਰਕੇ ਵੀ ਹੋ ਸਕਦਾ, ਕਿਸੇ ਤਰ੍ਹਾਂ ਦੇ ਰੇਡੀਏਸ਼ਨ ਦੇ ਅਗਰ ਆਪਾਂ ਸੰਪਰਕ ਵਿੱਚ ਆਉਂਦੇ ਤਾਂ ਜੀਨ ਮਿਊਟੇਸ਼ਨ ਹੋ ਜਾਂਦੀ ਹੈ ਆਪਣੇ। ਜੀਨ ਡੈਫੀਸ਼ੀਐਂਸੀ, ਕਿਸੇ ਆਪਣੇ ਬੋਡੀ ਦੇ ਵਿੱਚ ਜੀਨ ਦੀ ਅਗਰ ਪ੍ਰੈਜ਼ੈਂਸ ਹੀ ਨਹੀਂ ਹੈ ਜੋ ਬੋਡੀ ਨੂੰ ਰਿਕੁਆਇਰ ਹੈ, ਤਾਂ ਉਸ ਕਰਕੇ ਵੀ ਕਿਸੇ ਖਾਸ ਤਰ੍ਹਾਂ ਦੀ ਆਪਣੇ ਅੰਦਰ ਡਿਸਆਰਡਰ ਪ੍ਰੋਡਿਊਸ ਹੋ ਸਕਦਾ ਹੈ। ਇਨਫੈਕਸ਼ਨ ਕਰਕੇ ਵੀ ਹੋ ਸਕਦਾ ਹੈ, ਨਿਊਟ੍ਰੀਸ਼ਨਲ ਕਰਕੇ ਵੀ ਹੋ ਸਕਦਾ, ਔਰ ਐਕਸੀਡੈਂਟ ਕਰਕੇ ਵੀ ਹੋ ਸਕਦਾ। ਸਭ ਤੋਂ ਪਹਿਲਾਂ ਏਡਸ, ਅਕਵਾਇਰਡ ਇਮਿਊਨੋ ਡੈਫੀਸ਼ੀਐਂਸੀ ਸਿੰਡਰੋਮ। ਏਡਸ ਵਿੱਚ ਜਿਹੜਾ HIV ਵਾਇਰਸ ਹੁੰਦਾ ਟੀ ਹੈਲਪਰ ਦੇ ਨਾਲ ਅਟੈਚ ਹੋ ਜਾਏਗਾ, ਔਰ ਇਹ ਕੀ ਕਰੇਗਾ, ਟੀ ਹੈਲਪਰ ਨੂੰ ਦੀ ਜਿਹੜੀ ਕਾਊਂਟ ਹੈ ਉਸ ਨੂੰ ਲੋਸ ਕਰ ਦੇਗਾ। ਆਪਾਂ ਆਲਰੇਡੀ ਇਸ ਦਾ ਕਰ ਚੁੱਕੇ ਹਾਂ ਕਿ ਏਡਸ ਕਿਸ ਤਰ੍ਹਾਂ ਰਿਐਕਟ ਕਰਦਾ ਹੈ, HIV ਜਿਹੜਾ ਵਾਇਰਸ ਕਿੱਦਾਂ ਐਕਟ ਕਰਦਾ, ਟੀ ਹੈਲਪਰ ਤੇ ਕਿੱਦਾਂ ਐਕਟ ਕਰੇਗਾ, ਉਹ ਸਾਰਾ ਆਪਾਂ ਆਲਰੇਡੀ ਕਰਿਆ ਡਿਸਕਸ। ਐਂਡ ਲੋਸ ਆਫ ਅਕਵਾਇਰਡ ਇਮਿਊਨਿਟੀ, ਜੋ ਅਕਵਾਇਰਡ ਇਮਿਊਨਿਟੀ ਹੈ ਟੀ का ਸੈੱਲ ਕਰਕੇ ਆਉਂਦੀ ਹੈ, ਅਗਰ ਟੀ ਸੈੱਲ ਹੀ ਕੀ ਹੋ ਗਿਆ ਲੈਸ ਨੰਬਰ 'ਚ ਹੋ ਗਿਆ ਤਾਂ ਅਕਵਾਇਰਡ ਇਮਿਊਨਿਟੀ ਹੋ ਜਾਏਗੀ, ਅਕਵਾਇਰਡ ਇਮਿਊਨਿਟੀ ਦੀ ਡੈਫੀਸ਼ੀਐਂਸੀ ਆ ਜਾਏ। ਕਿਸ ਕਰਕੇ ਆਈ ਹੈ, HIV ਵਾਇਰਸ ਕਰਕੇ। ਇੱਦਾਂ ਹੀ ਇੱਕ ਹੋਰ ਆਪਣੇ ਕੋਲ SCID, ਸੇਵੀਅਰ ਕੰਬਾਈਨਡ ਇਮਿਊਨੋ ਡੈਫੀਸ਼ੀਐਂਸੀ। ਇਹਦੇ 'ਚ ਕੀ ਹੋਏਗਾ, ਇਹ ਜੀਨ ਮਿਊਟੇਸ਼ਨ ਕਰਕੇ ਹੁੰਦੀ ਹੈ। ਅਗਰ ਜੀਨ ਦੀ ਮਿਊਟੇਸ਼ਨ ਹੋਗੀ ਔਰ ਜਿਸ ਕਰਕੇ ਕੀ ਹੋਏਗਾ, ਡੈਫੀਸ਼ੀਐਂਸੀ ਹੋ ਜਾਏਗੀ ਕਿਸ ਐਂਜ਼ਾਈਮ ਦੀ, ਅਡੇਨੋਸਿਨ ਡੀਅਮਾਈਨੇਜ਼। SCID ਨਾਮ ਦੀ ਇੱਕ ਇਮਿਊਨ ਡੈਫੀਸ਼ੀਐਂਸੀ ਡਿਸਆਰਡਰ ਹੈ, ਜਿਹੜਾ ਕਦੋਂ ਹੋਇਆ, ਜੀਨ ਮਿਊਟੇਸ਼ਨ ਕਰਕੇ ਹੋਇਆ। ਜੀਨ ਮਿਊਟੇਸ਼ਨ ਹੋਈ, ਐਂਜ਼ਾਈਮ ਅਡੇਨੋਸਿਨ ਡੀਅਮਾਈਨੇਜ਼ ਦੀ ਡੈਫੀਸ਼ੀਐਂਸੀ ਹੋ ਗਈ, ਜਿਹੜਾ ਕੀ ਕਰੇਗਾ, ਇਹ ਜਿਹੜਾ ਐਂਜ਼ਾਈਮ ਹੈ ਇਹ B ਤੇ T ਟਾਈਪ ਦੇ ਲਿੰਫੋਸਾਈਡ ਨੂੰ ਪ੍ਰੋਡਿਊਸ ਕਰਾਉਂਦਾ। T ਤੇ B ਟਾਈਪ ਦੇ ਲਿੰਫੋਸਾਈਡ ਨੂੰ ਕੀ ਕਰਾਉਂਦਾ, ਪ੍ਰੋਡਿਊਸ ਕਰਾਏਗਾ। ਅਗਰ ਇਹਦੀ ਡੈਫੀਸ਼ੀਐਂਸੀ ਹੋ ਗਈ, ਅਡੇਨੋਸਿਨ ਡੀਅਮਾਈਨੇਜ਼, ਅਗਰ ਇਸ ਦੀ ਕੀ ਹੋਗੀ, ਡੈਫੀਸ਼ੀਐਂਸੀ ਹੋਗੀ, ਡੈਫੀਸ਼ੀਐਂਸੀ ਹੋਏਗੀ ਤਾਂ ਫਿਰ T ਤੇ B ਸੈੱਲ ਦੀ ਪ੍ਰੋਡਕਸ਼ਨ ਕੀ ਹੋ ਜਾਏਗੀ, T ਤੇ B ਸੈੱਲ ਦੀ ਪ੍ਰੋਡਕਸ਼ਨ ਜਿਹੜੀ ਹੈਗੀ ਆ ਉਹ ਕੀ ਹੋ ਜਾਏਗੀ, ਘਟ ਜਾਏਗੀ, ਘਟ ਜਾਏ। ਅਗਰ ਪ੍ਰੋਡਕਸ਼ਨ ਘਟ ਗਈ ਤਾਂ ਉਸ ਦੇ ਨਾਲ ਆਪਣਾ ਕੀ ਹੋਏਗਾ, ਆਪਣੀ ਬੋਡੀ ਦੇ ਅੰਦਰ ਜਿਹੜੀ ਹੈ ਇਮਿਊਨ ਰਿਸਪੌਂਸ ਹੈ ਜਾਂ ਇਮਿਊਨਿਟੀ ਵੀ ਡਿਕਰੀਜ਼ ਹੋ ਜਾਏਗੀ। ਕਿਉਂ ਹੋਈ, ਕਿਉਂਕਿ ਅਡੇਨੋਸਿਨ ਡੀਅਮਾਈਨੇਜ਼ ਜੋ ਐਂਜ਼ਾਈਮ ਹੈ ਉਹ ਘਟ ਗਿਆ, ਜਿਸ ਨੇ ਕੀ ਕਰਾਉਣਾ ਸੀ, ਫੋਰਮੇਸ਼ਨ ਕਰਾਉਣਾ ਸੀ T ਤੇ B ਲਿੰਫੋਸਾਈਡ। ਅਗਰ ਇਹ ਲੋ ਨੰਬਰ 'ਚ ਹੋ ਗਿਆ ਤਾਂ T ਤੇ B ਅਗਰ ਲਿੰਫੋਸਾਈਡ ਲੋ ਨੰਬਰ 'ਚ ਹੋਣਗੇ, ਕਿਉਂ ਹੋਇਆ, ਜੀਨ ਮਿਊਟੇਸ਼ਨ ਕਰਕੇ, ਜਿਸ ਨੇ ਐਂਜ਼ਾਈਮ ਨੂੰ ਪ੍ਰੋਡਿਊਸ ਕਰਾਉਣਾ ਸੀ ਕਿਹੜੇ ਵਾਲਾ, ਅਡੇਨੋਸਿਨ ਡੀਅਮਾਈਨੇਜ਼, ਔਰ ਜਿਸ ਕਰਕੇ ਕੀ ਹੋ ਗਿਆ, ਸੇਵੀਅਰ ਕੰਬਾਈਨਡ ਇਮਿਊਨੋ ਡੈਫੀਸ਼ੀਐਂਸੀ ਸਿੰਡਰੋਮ। ਅੱਜ ਦੀ ਕਲਾਸ 'ਚ ਇੰਨਾ ਹੀ। ਨੈਕਸਟ ਆਪਾਂ ਕਾਮਨ ਡਿਸੀਜ਼ਸ ਇਨ ਹਿਊਮਨ ਨੈਕਸਟ ਕਲਾਸ 'ਚ ਆਪਾਂ ਡਿਸਕਸ ਕਰਾਂਗੇ, ਜੋ ਬੈਕਟੀਰੀਆ ਕਰਕੇ ਹੁੰਦੇ, ਵਾਇਰਸ ਕਰਕੇ, ਫੰਜਾਈ ਕਰਕੇ, ਪ੍ਰੋਟੋਜ਼ੋਨ ਜਾਂ ਫਿਰ ਹੈਲਮਿੰਥਸ ਕਰਕੇ ਹੋਣਗੇ। ਇਹ ਇੰਨੇ ਤਰ੍ਹਾਂ ਦੇ ਜਿਹੜੇ ਮਾਈਕਰੋਬਸ ਆ ਆਪਾਂ ਇਹਨਾਂ ਬਾਰੇ ਡਿਸਕਸ ਕਰਾਂਗੇ। ਮਾਈਕਰੋਬਸ ਤਾਂ ਫਸਟ ਵਾਲੀ ਹੈ ਉਹ ਹੈਲਮਿੰਥਸ, ਇਹ ਇੱਕ ਤਰ੍ਹਾਂ ਦੇ ਐਨੀਮਲ ਦੇ ਵਿੱਚ ਹੀ ਆਉਂਦੇ। ਥੈਂਕ ਯੂ।